KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮਾਂਗਟ ਵੱਲੋਂ ਸਤਿ ਸ਼੍ਰੀ ਅਕਾਲ। 22 ਜੂਨ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਅੱਜ ਆਪਾਂ ਗੱਲਬਾਤ ਦਾ ਸਿਲਸਿਲਾ ਪੰਜਾਬ ਤੋਂ ਸ਼ੁਰੂ ਕਰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੀ ਪੰਜਾਬ ਦੀ ਸਿੱਖਿਆ ਨੀਤੀ ਆ ਨਾ, ਇਹ ਬਹੁਤੀ ਵਧੀਆ ਨਹੀਂ। ਮਤਲਬ ਉਹਨਾਂ ਨੇ ਪੰਜਾਬ ਦੀ ਸਿੱਖਿਆ ਨੀਤੀ ਬਾਰੇ ਗੱਲਬਾਤ ਕੀਤੀ ਆ। ਉਹਨਾਂ ਨੇ ਕਿਹਾ ਵੀ ਕਿਸੇ ਵੀ ਦੇਸ਼ ਨੂੰ ਵਧੀਆ ਬਣਾਉਣ ਦੇ ਲਈ ਸਿੱਖਿਆ ਨੀਤੀ ਦਾ ਬਹੁਤ ਜ਼ਿਆਦਾ ਅਹਿਮ ਯੋਗਦਾਨ ਹੁੰਦਾ ਤੇ ਜਿਹੜੀ ਪੰਜਾਬ ਦੀ ਸਿੱਖਿਆ ਨੀਤੀ ਆ ਉਹ ਕਮਜ਼ੋਰ ਬਣਾ ਰਹੀ ਆ, ਕਿਉਂਕਿ ਸਿੱਖਿਆ ਨੀਤੀ ਬਿਲਕੁਲ ਵੀ ਚੰਗੀ ਨਹੀਂ ਹੈਗੀ। ਤੇ ਉਹ ਕਹਿੰਦੇ ਕਿ ਪੰਜਾਬ ਦੇ ਸਾਰੇ ਸਕੂਲਾਂ ਨੂੰ ਸਮਾਰਟ ਬਣਾਉਣ ਦਾ ਉਹਨਾਂ ਨੇ ਵਾਅਦਾ ਕੀਤਾ ਸੀ ਤੇ ਉਹ ਕਹਿੰਦੇ ਆ ਕਿ ਪੰਜਾਬ ਦੇ ਸਾਰੇ ਸਕੂਲਾਂ ਨੂੰ ਸਮਾਰਟ ਬਣਾਇਆ ਜਾਊਗਾ, ਪਰ ਗੱਲ ਤੇ ਉਹ ਹਰ ਚੀਜ਼ ਦਾ ਕੰਪੈਰੀਜ਼ਨ ਦਿੱਲੀ ਦੇ ਨਾਲ ਜ਼ਰੂਰ ਕਰਦੇ ਆ। ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਨੇ ਕਿਹਾ ਸੀ ਕਿ ਮੈਂ ਪੰਜਾਬ ਦੇ ਹਰ ਵਿਧਾਨ ਸਭਾ ਇਲਾਕੇ ਦੇ ਵਿੱਚ ਇੱਕ ਸਮਾਰਟ ਸਕੂਲ ਬਣਾਉਂਗਾ। ਹਾਂਜੀ, ਮਤਲਬ 117 ਸਮਾਰਟ ਸਕੂਲ ਹੋਣਗੇ, ਬਾਕੀ ਦੇ ਡੰਮ ਸਕੂਲ ਹੋਣਗੇ। ਇਹ ਤੇ ਪਹਿਲਾਂ ਇਹ ਕਮੈਂਟ ਕੀਤਾ ਸੀ। ਹਰੇਕ ਹਲਕੇ ਦੇ ਵਿੱਚ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਇੱਕ ਸਕੂਲ ਬਣਾਇਆ ਹੁੰਦਾ ਸੀ ਹਰ ਵਿਧਾਨ ਸਭਾ ਇਲਾਕੇ ਦੇ ਵਿੱਚ, ਜਿਹਨੂੰ ਸਮਝਦੇ ਸੀ ਕਿ ਉਹ ਵਧੀਆ ਸਕੂਲ ਹੈ। ਉਹ ਇਦਾਂ ਨਹੀਂ ਸੀ ਕਹਿੰਦੇ ਕਿ ਇਹ ਸਮਾਰਟ ਸਕੂਲ ਹੈ ਬਾਕੀ ਡੰਮ ਸਕੂਲ ਹੈ। ਇਹ ਕਨਸੈਪਟ ਜਿਹੜਾ ਹੈ, ਇਹ ਸੰਕਲਪ ਲੈ ਕੇ ਆਏ ਭਗਵੰਤ ਸਿੰਘ ਮਾਨ। ਹੁਣ ਸਮਾਰਟ ਸਕੂਲ ਕੀ ਹੁੰਦਾ? ਅਸੀਂ ਤਾਂ ਇਹੀ ਸਮਝਦੇ ਹਾਂ ਕਿ ਸਾਰੇ ਸਕੂਲ ਸਮਾਰਟ ਹੁੰਦੇ। ਤੁਸੀਂ ਕੋਈ ਬੱਚਾ ਇਦਾਂ ਤਾਂ ਦੇਖਦੇ ਨਹੀਂ ਵੀ ਪਹਿਲੀ 'ਚ ਕਿਸੇ ਨੂੰ ਭਰਤੀ ਕਰਾਉਣ ਗਿਆ ਹੈ ਕਿ ਇਹਨੂੰ ਗਧਾ ਬਣਾ ਦਿਓ। ਅਸੀਂ ਇਹੀ ਆਸ ਕਰਦੇ ਕਿ 10 ਸਾਲ ਇਹਨੇ ਪੜ੍ਹਨਾ, ਕੁਝ ਸਮਾਰਟ ਬਣ ਕੇ ਆਊਗਾ। ਹਾਂਜੀ, ਬਿਲਕੁਲ। ਹੁਣ ਉਹਦੇ 'ਚ ਕੀ ਕਿੱਦਾਂ ਬਣਨਾ ਹੈ? ਮਤਲਬ ਜਿਹੜਾ ਮਾਡਲ ਲਾਉਣਾ ਤੁਸੀਂ ਸਮਾਰਟ ਸਕੂਲ ਤਾਂ ਸਾਰੇ ਹੀ ਹੋਣੇ ਚਾਹੀਦੇ ਆ। ਜਿੰਨੇ ਵੀ ਉਹ 12,000 13,000 ਪਿੰਡਾਂ ਦੇ ਵਿੱਚ ਸਕੂਲ ਹੈ, ਸ਼ਹਿਰਾਂ ਦੇ ਵਿੱਚ ਸਕੂਲ ਹੈ, ਉਹ ਸਾਰੇ ਸਮਾਰਟ ਹੋਣੇ ਚਾਹੀਦੇ। ਸਮਾਰਟ ਸਕੂਲ ਦੇ ਵਿੱਚ ਕੀ ਹੋਣਾ ਚਾਹੀਦਾ? ਸਮਾਰਟ ਸਕੂਲ ਤਾਂ ਸਾਰੇ ਹੀ ਆ। ਉਹਦੀ ਇਮਾਰਤ ਕਿੱਦਾਂ ਦੀ ਹੋਣੀ ਚਾਹੀਦੀ? ਇਹ ਥੋੜ੍ਹਾ ਹੋਣੀ ਚਾਹੀਦੀ ਵੀ ਸਾਲ ਬਾਅਦ ਕਲੀ ਕਰਾ ਲੈਣੀ ਹੈ ਬਸ। ਉਹਦੀ ਇਮਾਰਤ ਕਿੱਦਾਂ ਦੀ ਹੋਣੀ ਚਾਹੀਦੀ? ਸਕੂਲਸ ਨੂੰ ਸਿਲੇਬਸ ਕੀ ਹੋਣਾ ਚਾਹੀਦਾ? ਸਿਲਾਬਾਈ ਕਿਹੜੀ ਹੋਣੀ ਚਾਹੀਦੀ? ਉੱਥੇ ਟੀਚਰਸ ਹੋਣੇ ਚਾਹੀਦੇ ਆ, ਪ੍ਰਿੰਸੀਪਲ ਹੋਣਾ ਚਾਹੀਦਾ। ਫਿਰ ਤੁਸੀਂ ਬੱਚਿਆਂ ਦੇ ਨਾਲ ਉਹਨਾਂ ਦੀ ਡਿਵੈਲਪਮੈਂਟ ਲਈ, ਉਹਨਾਂ ਦੇ ਸਪੋਰਟਸ ਲਈ ਵੀ ਚਾਹੀਦੀ ਹੁੰਦੀ ਕਿ ਸਕੂਲਾਂ ਦੇ ਬੱਚੇ ਆ ਉਹ ਸਪੋਰਟਸ ਵੀ ਖੇਡਦੇ ਆ। ਕਲਚਰ ਵੀ ਹੋਣਾ ਚਾਹੀਦਾ, ਉੱਥੇ ਕੋਈ ਕਲਚਰਲ ਪ੍ਰੋਗਰਾਮ ਕਰਦੇ ਆ। ਕਿਹੜਾ ਮਾਡਲ ਹੈ? ਪਹਿਲਾਂ ਤਾਂ ਉਹ ਗੱਲ ਕਰਦੇ ਆ ਦਿੱਲੀ ਦੇ ਮਾਡਲ ਦੀ। ਹਾਂਜੀ, ਹੁਣ ਦਿੱਲੀ ਦਾ ਮਾਡਲ ਜਿਹੜਾ ਹੈ ਕਿ ਇਹ ਦੁਨੀਆ ਭਰ ਦੇ ਵਿੱਚ ਕਿਤੇ ਛਾਇਆ ਆ, ਕਿਤੇ ਜਿੱਦ ਤੁਸੀਂ ਐਜੂਕੇਸ਼ਨ ਦੀਆਂ ਪੜ੍ਹ ਕੇ ਦੇਖ ਲਓ, ਦੁਨੀਆ ਭਰ ਦੇ ਕੰਪੈਰੀਜ਼ਨ ਕਰਦੇ ਉਹ। ਕਿਤੇ ਦਿੱਲੀ ਤੁਹਾਡੇ ਵਾਲੇ, ਮੈਂ ਸ਼ਬਦ ਯੂਜ਼ ਕਰ ਲੈਣਾ ਵੀ ਤਿੰਨਾਂ ਚੋਂ ਜਾਂ 13 ਚੋਂ, ਵੈਸੇ ਤਾਂ 9 ਚੋਂ ਜਾਂ 13 ਚੋਂ ਕਹਿੰਦੇ ਨੇ। ਤੇ ਪਿੱਛੇ ਜਿਹੜੀ ਰਿਪੋਰਟ ਆਈ ਸੀ ਵਿਦਿਆਰਥੀਆਂ ਦੀ, ਉਹਨਾਂ ਦੀ ਟੈਸਟ ਲੈ ਜਿਹੜੇ ਸਰਵੇ ਕਰਵਾਇਆ ਸੀ, ਹਾਂਜੀ, ਉਹਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਟੌਪ ਗਿਣਿਆ ਤੇ ਦਿੱਲੀ ਫਾਡੀ ਸੀ। ਤੇ ਇਹ ਕਹਿੰਦੇ ਵੀ ਉਹ ਅੰਕੜੇ ਗਲਤ ਆ। ਜੇ ਗਲਤ ਆ ਤਾਂ ਉਹਨੂੰ ਕੰਪਲੀਟ ਕਰੋ ਨਾ ਸੈਂਟੈਂਸ ਨੂੰ। ਹਾਂਜੀ, ਗਲਤ ਕਿੱਦਾਂ ਆ? ਰੀਜ਼ਨ ਤਾਂ ਦੋ, ਪਤਾ ਤਾਂ ਹੀ ਲੱਗੂਗਾ ਵੀ ਗਲਤ ਸਹੀ ਦਾ ਕੀ ਹੈਗਾ। ਇਸੇ ਤਰ੍ਹਾਂ ਜਦੋਂ ਤੁਸੀਂ ਕਹਿੰਦੇ ਅਸੀਂ ਸਮਾਰਟ ਸਕੂਲ ਬਣਾਉਣਾ, ਉਹਦੀ ਪਰਿਭਾਸ਼ਾ ਦਿਓ। ਹਾਂਜੀ, ਬਿਲਕੁਲ। ਉਹਨੂੰ ਤੁਸੀਂ ਇਹ ਸਮਾਰਟ ਸਕੂਲ ਕਿੱਦਾਂ ਦੇ ਹੁੰਦੇ ਆ, ਕੀ ਆ ਉਹਦੇ ਵਿੱਚ ਹੋਣਾ ਚਾਹੀਦਾ, ਉਹਦੇ ਆਊਟਕਮ ਕੀ ਹੋਣੇ ਚਾਹੀਦੇ ਆ। ਹਾਂਜੀ, ਬਿਲਕੁਲ। ਪਲਾਨ ਤਾਂ ਹੋਵੇ, ਦੱਸਣ ਡਿਟੇਲਸ ਤਾਂ ਹੋਣ ਨਾ ਕਿ ਜੇ ਸਮਾਰਟ ਸਕੂਲ ਕਹਿੰਦੇ ਤੇ ਉਹਦੀ ਡੈਫੀਨੇਸ਼ਨ ਕੀ ਹੈ ਇਹਨਾਂ ਦੀ ਨਜ਼ਰ ਦੇ ਵਿੱਚ। ਫਿਰ ਸਿਰਫ 117 ਹੀ ਕਿਉਂ ਬਣਾਉਣੇ ਆ? ਹਾਂਜੀ, ਇਹ ਤਾਂ ਸਾਰੇ ਪੰਜਾਬ ਦੇ ਵਿੱਚ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਸਾਰੇ ਸਮਾਰਟ ਸਕੂਲ ਹੀ ਹੁੰਦੇ ਜੀ, ਕੋਈ ਡੰਮ ਸਕੂਲ ਨਹੀਂ। ਹਾਂਜੀ,
ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਰਨਾ। ਜੇ ਤੁਹਾਡਾ ਜਿਹੜਾ ਮਾਡਲ ਤੁਸੀਂ ਪੇਸ਼ ਕੀਤਾ ਉਹ ਤੇ ਸਾਈਨ ਕਰਕੇ ਆਏ ਆ, ਉਹ ਬਾਅਦ ਦੇ ਵਿੱਚ ਨਿਕਲਿਆ ਕਿ ਇਹਨਾਂ ਨੇ ਇਹ ਤਾਂ ਕੁਝ ਨਹੀਂ ਕਰਨ ਜੋਗੇ। ਜਦੋਂ ਪੰਜਾਬ ਨਾਲ ਕੰਪੈਰੀਜ਼ਨ ਕਰਦੇ ਸੀ ਕਿ ਰਿਪੋਰਟ ਨੇ ਕਿਹਾ ਕਿ ਪੰਜਾਬੀ ਦੇ ਜਿਹੜੇ ਵਿਦਿਆਰਥੀ ਆ ਉਹ ਐਕਚੁਅਲੀ ਜ਼ਿਆਦਾ ਨੰਬਰ ਲਏ ਉਹਨਾਂ ਨੇ ਹਰ ਸਬਜੈਕਟ ਦੇ ਵਿੱਚ। ਹਾਂਜੀ। ਤੇ ਇਹਦਾ ਮਤਲਬ ਪੰਜਾਬ ਪਹਿਲਾਂ ਵੀ ਜਿਨ੍ਹਾਂ ਨੂੰ ਇਹ ਨਿਖੇਧੀ ਕਰਦੇ ਆ ਪਹਿਲਾਂ ਵੀ ਕੁਝ ਕੀਤਾ ਹੀ ਹੋਊਗਾ, ਚਾਹੇ ਕਾਂਗਰਸ ਵਾਲੇ ਸੀ ਚਾਹੇ ਅਕਾਲੀ ਵਾਲੇ ਦਲ ਵਾਲੇ ਸੀ। ਉਹਨਾਂ ਨੇ ਸਕੂਲ ਬਣਾਏ ਆ, ਸਕੂਲ ਦੇ ਵਿੱਚ ਵਿਦਿਆਰਥੀ ਸਾਡੇ ਜਾਂਦੇ ਆ, ਦੁਨੀਆ ਭਰ ਦੇ ਵਿੱਚ ਜਾਂਦੇ ਆ। ਹਾਂਜੀ। ਤੇ ਉਹਨਾਂ ਨੇ ਕੁਛ ਨਾ ਕੁਛ ਤਾਂ ਸਿੱਖਿਆ ਹੀ ਹੋਣਾ। ਹਾਂਜੀ। ਜਿਹੜੇ ਉਹ ਨੰਬਰ 1 ਆਏ ਇੰਡੀਆ ਦੇ ਵਿੱਚੋਂ, ਉਹਨਾਂ ਦੇ ਕੋਈ ਨਾ ਕੋਈ ਤਾਂ ਰੀਜ਼ਨ ਹੋਣਾ ਚਾਹੀਦਾ। ਹਾਂ, ਉਹਨੂੰ ਕਿੱਦਾਂ ਤੁਸੀਂ ਇੰਪਰੂਵ ਕਰਨਾ, ਇਹ ਹਮੇਸ਼ਾ ਹੀ ਚੈਲੰਜ ਹੁੰਦਾ। ਹਾਂਜੀ। ਜੇ ਤੁਸੀਂ ਕਹਿੰਦੇ ਕਿ ਕੁਛ ਇੱਕ ਸਕੂਲ ਸਿਲੈਕਟ ਕੀਤੇ ਸੀ, ਕੋਈ ਗੱਲ ਨਹੀਂ, ਬਾਕੀ ਸਾਰੇ ਸਕੂਲਾਂ ਨੂੰ ਵੀ ਉਦਾਂ ਦਾ ਹੀ ਕਰ ਦਿਓ। ਪੰਜਾਬ ਦੇ ਕੋਲ ਸ਼ਾਇਦ ਪੰਜਾਬ ਦੇ ਵਿੱਚ ਹੀ ਮਾਡਲ ਪਿਆ ਹੋਵੇ। ਹਾਂਜੀ। ਕੁਛ ਇੱਕ ਸਕੂਲ ਹੋਣੇ ਜਿਹੜੇ ਚੰਗੀ ਤਰ੍ਹਾਂ ਚੱਲਦੇ ਆ, ਤੁਸੀਂ ਉਹਦਾ ਮਾਡਲ ਜਿਹੜਾ ਆ ਉਹ ਦੂਸਰੇ ਸਕੂਲਾਂ ਤੇ ਲਾ ਦਿਓ। ਹਰੇਕ ਗੱਲ ਤੁਸੀਂ ਦਿੱਲੀ ਨੂੰ ਹੀ ਕਿਉਂ ਕਰਦੇ? ਦਿੱਲੀ ਆਮ ਆਦਮੀ ਪਾਰਟੀ ਦਾ ਮੱਕਾ ਬਣ ਗਿਆ। ਹਾਂ ਠੀਕ ਹੈ, ਅਰਵਿੰਦ ਕੇਜਰੀਵਾਲ ਨੇ ਇੱਕ ਸਾਰੇ ਪੰਜਾਬ ਦੇ ਚੰਗੇ ਚੰਗੇ ਲੀਡਰ ਕੱਢ ਕੇ ਭਗਵੰਤ ਮਾਨ ਬਣਾਤਾ। ਇਹ ਤੇ ਉਹਨੂੰ ਸ਼ੁਕਰੀਆ ਕਰਨਾ ਚਾਹੀਦਾ ਅਰਵਿੰਦ ਕੇਜਰੀਵਾਲ ਦਾ, ਉਹਦੇ ਪੈਰਾਂ ਨੂੰ ਜਾ ਕੇ ਫੜਦਾ ਆ। ਤਾਂ ਰੀਜ਼ਨ ਆ ਕੋਈ, ਮੁੱਖ ਮੰਤਰੀ ਸਾਡਾ ਦਿੱਲੀ ਬੈਠਾ ਆ, ਪੰਜਾਬ ਦੇ ਵਿੱਚ ਨਹੀਂ ਬੈਠਾ। ਹਾਂਜੀ। ਪੰਜਾਬ ਵਿੱਚ ਡੀਜੂਰ, ਜਿਹਨੂੰ ਲੀਗਲੀ ਤੌਰ ਤੇ ਕਹਿੰਦੇ ਹੁੰਦੇ ਆ, ਜਿਹਨੇ ਗੂਠਾ ਲਾਇਆ ਆ ਮੁੱਖ ਮੰਤਰੀ ਦਾ, ਅਸਲੀ ਤੌਰ ਤੇ ਡੀ ਫੈਕਟੋ ਚੀਫ ਮਿਨਿਸਟਰ ਜਿਹੜਾ ਉਹ ਦਿੱਲੀ ਦੇ ਵਿੱਚ ਬੈਠਾ। ਉਹ ਤਾਂ ਹੀ ਤਾਂ ਜਿਹੜੀ ਵੀ ਗੱਲ ਕਰਦੇ ਆ ਦਿੱਲੀ ਦੀ ਗੱਲ ਕਰਦੇ ਆ। ਹਾਂਜੀ। ਉਹਨਾਂ ਨੇ ਜਿਵੇਂ ਸਕੂਲ ਦੀ ਵੀ ਐਗਜ਼ਾਮਪਲ ਦਿੱਤੀ ਸੀ ਕਿ ਜਿਹੜਾ ਦਿੱਲੀ ਦਾ ਵਨ ਆਫ ਦਾ ਬੈਸਟ ਆ। ਉਹ ਤੋਂ ਬਾਅਦ ਫਿਰ ਜਦੋਂ ਇਹਨਾਂ ਨੇ ਆਹ ਗੱਲ ਕੀਤੀ ਸੀ ਡਾਕਟਰ ਸਾਹਿਬ ਕਿ ਸਮਾਰਟ ਸਕੂਲ ਦੀ, ਤਾਂ ਉਹਦੇ 'ਚ ਇਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਸੀ ਕਿ ਪੰਜਾਬ ਦੇ ਅਧਿਆਪਕਾਂ ਨੂੰ ਵੀ ਉਨੀ ਹੀ ਤਨਖਾਹ ਦਿੱਤੀ ਜਾਊਗੀ ਜਿੰਨੀ ਦਿੱਲੀ ਸਕੂਲ ਦੇ ਅਧਿਆਪਕਾਂ ਨੂੰ ਦਿੱਤੀ ਜਾਂਦੀ ਹੈ। ਮਤਲਬ ਹਰ ਇੱਕ ਜਿਹੜੀ ਚੀਜ਼ ਹੈਗੀ ਆ ਉਹਨਾਂ ਦੇ ਨਾਲ ਹੀ ਕੰਪੇਅਰ ਕੀਤੀ ਜਾਂਦੀ ਹੈ। ਦੇਖੋ, ਤਨਖਾਹ ਜੇ ਇਹਨਾਂ ਦੀ ਘੱਟ ਆ, ਮੈਨੂੰ ਨਹੀਂ ਪਤਾ ਉਹਨਾਂ ਦੀ ਕੰਪੈਰੀਜ਼ਨ ਕਰਕੇ ਵੀ ਇਹਨਾਂ ਨੂੰ ਘੱਟ ਮਿਲਦੀ ਜਾਂ ਵੱਧ ਮਿਲਦੀ ਹੈ। ਵੈਸੇ ਪੰਜਾਬ ਨੂੰ ਜਿਹੜੀ ਤਨਖਾਹ ਟੀਚਰਸ ਨੂੰ ਮਿਲਦੀ ਆ ਉਹ ਤਾਂ ਕਮਿਸ਼ਨ ਡਿਸਾਈਡ ਕਰਦਾ, ਉਹ ਸਾਰਿਆਂ ਨੂੰ ਡਿਸਾਈਡ ਕਰਦਾ। ਹਾਂਜੀ। ਉਹ ਸਾਰੇ ਇੰਡੀਆ ਦੇ ਵਿੱਚ ਉਹ ਲਾਗੂ ਕਰਦੇ ਆ ਜੀ, ਕੋਈ ਫਰਕ ਨਹੀਂ ਹੈ। ਹਾਂ, ਜਿਹੜੇ ਟੈਂਪਰੇਰੀ ਰੱਖਦੇ ਆ, ਵਕਤੀ ਤੌਰ ਤੇ ਰੱਖਦੇ ਆ ਟੀਚਰਸ ਨੂੰ, ਉਹਨਾਂ ਨੂੰ ਇਹ ਕੰਟਰੈਕਟ ਬੇਸ ਤੇ ਰੱਖਦੇ ਆ, ਉਹਨਾਂ ਦੀ ਤਨਖਾਹ ਬਹੁਤ ਘੱਟ ਹੁੰਦੀ ਹੈ। ਹਾਂਜੀ। ਡਾਕਟਰ ਸਾਹਿਬ, ਤੁਹਾਨੂੰ ਯਾਦ ਆ ਇਹਨਾਂ ਨੇ ਪਿੱਛੇ ਜੇ ਇੱਕ ਆਨਲਾਈਨ ਪੋਰਟਲ ਵੀ ਲਾਂਚ ਕੀਤਾ ਸੀ ਕਿ ਤੁਸੀਂ ਸੁਝਾਅ ਦਿਵੋ ਸਕੂਲਾਂ ਨੂੰ ਬੈਟਰ ਕਿਵੇਂ ਬਣਾਇਆ ਜਾ ਸਕਦਾ। ਸੁਝਾਅ ਕਿਤੋਂ ਮੰਗਦੇ ਆ? ਹਾਂਜੀ, ਇਹ ਵੀ ਬਹੁਤ ਵੱਡਾ ਸਵਾਲ ਆ। ਹਾਂਜੀ, ਸੁਝਾਅ ਤੁਸੀਂ ਕਿਤੋਂ ਮੰਗਦੇ ਹੋ ਜੀ? ਹੁਣ ਜਿਹੜਾ ਸੁਝਾਅ ਲੈਣਾ ਤੁਸੀਂ ਐਜੂਕੇਸ਼ਨ ਦੇ ਐਕਸਪਰਟ ਤੋਂ ਲੈ ਸਕਦੇ ਆ ਜੀ। ਤੁਸੀਂ ਕਹੋਗੇ ਅਸੀਂ ਬ੍ਰਿਜ ਬਣਾਉਣਾ, ਤੁਸੀਂ ਕਿਸੇ ਸਿਵਲ ਇੰਜੀਨੀਅਰਸ ਤੋਂ ਸੁਝਾਅ ਲਓਗੇ। ਹਾਂਜੀ। ਤੁਸੀਂ ਜਿਹੜੇ ਬਿਜ਼ਨਸ ਵਾਲੇ ਆ ਉਹਨਾਂ ਦਾ ਸੁਝਾਅ ਲਓਗੇ ਕਿ ਇਹਦੇ ਤੇ ਕਿਹੜਾ ਕਿਹੜਾ ਮਟੀਰੀਅਲ ਕਿੱਦਾਂ ਲਾਉਣਾ ਹੈ। ਤੁਸੀਂ ਭੇਡਾਂ ਚਾਰਨ ਵਾਲਿਆਂ ਨੂੰ ਤਾਂ ਪੁੱਛਣ ਨਹੀਂ ਜਾਣਾ ਕਿ ਅਸੀਂ ਫਲਾਣੇ ਥਾਂ ਬ੍ਰਿਜ ਬਣਾਉਣਾ ਵੀ ਕਿੱਦਾਂ ਦਾ ਬਣਾਈਏ। ਹਾਂਜੀ। ਹਰ ਇੱਕ ਬੰਦੇ ਦੀ ਐਕਸਪਰਟਿਜ਼ ਹੁੰਦੀ ਹੈ। ਜੇ ਕਿਸੇ ਨੂੰ ਕਹਿਣਾ ਕਿ ਅਸੀਂ ਕੈਂਸਰ ਦਾ ਰਿਸਰਚ ਇੰਸਟੀਚਿਊਟ ਬਣਾਉਣਾ, ਫਿਰ ਉਹਦੇ ਲਈ ਫਿਰ ਤੁਹਾਨੂੰ ਸਾਇੰਟਿਸਟ ਦੀ ਲੋੜ ਪੈਣੀ ਹੈ, ਤੁਹਾਨੂੰ ਹਰ ਇੱਕ ਅਮਲੇ ਦੀ ਲੋੜ ਪੈਣੀ ਹੈ। ਕਿਸ ਤਰੀਕੇ ਦਾ ਬਣਾਉਣਾ ਚਾਹੀਦਾ, ਕਿਸ ਸਟੈਂਡਰਡ ਦਾ ਬਣਾਉਣਾ ਚਾਹੀਦਾ। ਪੋਰਟਲ ਤਾਂ ਲਾਂਚ ਕਰ ਦਿੱਤਾ, ਇਹ ਤਾਂ ਹੈਗੀ ਹੈ PR। ਹਾਂਜੀ। PR ਨੂੰ ਛੱਡੋ ਹੁਣ ਇੱਕ ਪਾਸੇ, ਅਸਲੀ ਗੱਲ ਹੈਗੀ ਹੈ ਸਿੱਖਿਆ ਦੀ ਜੀ। ਸਿੱਖਿਆ ਨੂੰ ਦਾ ਮਿਆਰ ਕਿੱਦਾਂ ਚੱਕਿਆ ਜਾਣਾ ਚਾਹੀਦਾ। ਇੱਕ ਤਾਂ ਸਟੈਂਡਰਡ ਉਹਨਾਂ ਨੇ ਸਰਵੇ ਨੇ ਸ਼ੋਅ ਕੀਤਾ ਕਿ ਪੰਜਾਬ ਦਾ ਦਿੱਲੀ ਨਾਲੋਂ ਚੰਗਾ ਆ। ਹਾਂਜੀ। ਚਲੋ ਬਾਕੀਆਂ ਨਾਲੋਂ ਮਾੜਾ ਹੋਵੇ ਜੁਦੀ ਗੱਲ ਹੈ, ਪਰ ਦਿੱਲੀ ਨਾਲੋਂ ਤਾਂ ਚੰਗਾ ਹੈ ਨਾ। ਜਿਹਦੇ ਕਰਕੇ ਸਹੁੰ ਖਾਂਦੇ ਆ, ਇਹ ਉਧਰ ਨੂੰ ਮੂੰਹ ਕਰਕੇ ਸਹੁੰ ਚੱਕਦੇ ਆ। ਦਿੱਲੀ ਦੀਆਂ ਐਗਜ਼ਾਮਪਲਸ ਦਿੱਤੀਆਂ ਜਾਂਦੀਆਂ ਬਾਰ-ਬਾਰ, ਦਿੱਲੀ ਦਿੱਲੀ ਦਿੱਲੀ। ਤੁਸੀਂ ਇੱਥੋਂ ਸਾਰੇ ਜਾਂਦੇ ਆ, ਦਿੱਲੀ ਉਤਰਦੇ ਆ, ਤੁਸੀਂ ਦੇਖ ਲਓ ਵੀ ਦਿੱਲੀ ਕਿੱਡਾ ਕੁ ਨਾਰਵੇ ਬਣਿਆ ਹੈ। ਹਾਂਜੀ ਡਾਕਟਰ ਸਾਹਿਬ, ਇੰਨਾ ਜ਼ਿਆਦਾ ਪੋਲਿਊਸ਼ਨ, ਕਿਤੇ ਪੰਜਾਬ ਜਾ ਕੇ ਤਾਂ ਸਾਹ ਆਉਂਦਾ ਸੁੱਖ ਦਾ ਬੰਦੇ ਨੂੰ। ਮੈਂ ਇੱਕ ਮੇਰੇ ਦੋਸਤ ਦੇ ਪਿੱਛੇ ਬਰਾਮਦੇ ਦੇ ਵਿੱਚ ਨਾ ਜਿਹੜੇ ਆ ਲੰਬੇ ਸਾਹ ਯੋਗਾ ਵਾਲੇ ਕਹਿੰਦੇ ਹੁੰਦੇ ਲੰਬੇ ਸਾਹ ਲਓ, ਮੈਂ ਲੈਣ ਲੱਗਾ ਤਾਂ ਮੈਨੂੰ ਹੁੱਥੂ ਆ ਗਿਆ। ਉਹ ਮੈਨੂੰ ਕਹਿੰਦਾ ਤੂੰ ਕੀ ਕਰਨ ਲੱਗਾ? ਮੈਂ ਕਿਹਾ ਮੈਂ ਤਾਂ ਸਾਹ ਲੈਣ ਦੀ ਐਕਸਰਸਾਈਜ਼ ਕਰਦਾ। ਕਹਿੰਦਾ ਦਿੱਲੀ ਨਾ ਨਹੀਂ, ਤੂੰ ਸਾਹ ਲੈਣਾ ਤਾਂ ਪੰਜਾਬ ਜਾ। ਹਾਂਜੀ, ਉਹੀ ਤਾਂ ਗੱਲ ਹੈ ਡਾਕਟਰ ਸਾਹਿਬ। ਡਾਕਟਰ ਸਾਹਿਬ, ਵੈਸੇ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸੰਗਰੂਰ ਨੂੰ ਮਾਡਲ ਜ਼ਿਲ੍ਹਾ ਬਣਾਇਆ ਜਾਊਗਾ,
ਹੁਣ ਦੇਖੋ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਇਹਨਾਂ ਦੀ ਮਾਡਲ ਜ਼ਿਲ੍ਹੇ ਦੀ ਜਿਹੜੀ ਡੈਫੀਨੇਸ਼ਨ ਹੈਗੀ ਆ ਹਨਾ ਉਹ ਕਿਹੋ ਜਿਹੀ ਹੋਗੀ। ਇਹਨਾਂ ਨੇ ਕਿਹਾ ਕਿ ਜਿਹੜਾ ਸੰਗਰੂਰ ਆ ਲਾਈਕ ਸੰਗਰੂਰ ਨੂੰ ਜ਼ਿਆਦਾ ਅਲੱਗ ਕਰ ਦਿੱਤਾ ਸਾਰਿਆਂ ਤੋਂ ਕਿ ਉਹਨੂੰ ਇੰਡਸਟਰੀ ਦਾ ਹੱਬ ਬਣਾਇਆ ਜਾਊਗਾ। ਉੱਥੇ ਮੈਡੀਕਲ ਕਾਲਜਿਸ ਹੋਣਗੇ ਬੈਸਟ, ਐਗਰੀਕਲਚਰ ਦੇ ਲਈ ਉੱਥੇ ਡਿਵੈਲਪਮੈਂਟ ਸੈਂਟਰਸ ਬਣਾਏ ਜਾਣਗੇ। ਉਹ ਕਹਿੰਦੇ ਕਿ ਬਹੁਤ ਹੀ ਜ਼ਿਆਦਾ ਲਾਈਕ ਹਰ ਇੱਕ ਚੀਜ਼ ਜਿਹੜੀ ਬੈਸਟ ਹੋਊਗੀ ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਹੋਊਗੀ ਵੀ ਉਹਨੂੰ ਮੈਂ ਇਹੋ ਜਿਹਾ ਬਣਾ ਦੇਣਾ। ਹੁਣ ਇਸ ਚੀਜ਼ ਤੇ ਤੁਸੀਂ ਕੀ ਕਹਿਣਾ ਚਾਹੋਗੇ? ਚਲੋ ਹੁਣ ਬਾਕੀ 21 ਜ਼ਿਲ੍ਹਿਆਂ ਤੋਂ ਫਿਰ ਲੋਕੀ ਵਿਦਿਆਰਥੀ ਇੱਥੇ ਆਉਂਦੇ ਆ, ਫਿਰ ਸੰਗਰੂਰ ਜਾਇਆ ਕਰਨਗੇ। ਹਾਂਜੀ। ਹੁਣ ਸੰਗਰੂਰ ਨੂੰ ਵਧੀਆ ਬਣਾਉਣਾ ਇਹਨਾਂ ਨੇ ਮਤਲਬ ਜਲੰਧਰ ਨੂੰ ਢਾਹ ਦੇਣਾ, ਉਹਨਾਂ ਦੀਆਂ ਇੱਟਾਂ ਲੈ ਜਾਣੀ ਚੱਕ ਕੇ। ਇੱਕ ਮੁੱਖ ਮੰਤਰੀ ਇਦਾਂ ਦੀਆਂ ਗੱਲਾਂ ਕਰੇ ਕਿ ਮੈਂ ਸਿਰਫ ਸੰਗਰੂਰ ਨੂੰ ਹੀ ਇਦਾਂ ਦਾ ਬਣਾਉਣਾ, ਬਾਕੀ ਜ਼ਿਲ੍ਹਿਆਂ ਦੇ ਵਿੱਚ ਭੰਗ ਭੁੱਜਦੀ ਹੋਵੇ, ਤੇ ਉਹ ਪੰਜਾਬ ਦਾ ਮੁੱਖ ਮੰਤਰੀ ਕਿ ਸੰਗਰੂਰ ਦਾ ਮੁੱਖ ਮੰਤਰੀ ਹੈ? ਹਾਂ ਚਲੋ ਇਲੈਕਸ਼ਨ ਤੁਸੀਂ ਜਿੱਤਣੀ ਆ, ਉਹ ਬਾਈ ਇਲੈਕਸ਼ਨ ਦਾ ਕਰਕੇ ਤੁਸੀਂ ਕਹੀ ਜਾਓ। ਹਾਂਜੀ। ਤੁਸੀਂ ਅੱਜ ਤੋਂ ਨੋਟ ਕਰ ਲਓ, ਆਹ ਹੀ ਪ੍ਰੋਗਰਾਮ ਅਸੀਂ ਰਿਪੀਟ ਕਰਾਂਗੇ 5 ਸਾਲਾਂ ਬਾਅਦ, ਤਾਂ ਦੇਖ ਲਵਾਂਗੇ ਵੀ ਸੰਗਰੂਰ ਦੇ ਵਿੱਚ ਕਿੰਨੇ ਕੁ ਲੋਕੀ ਆਉਂਦੇ ਆ ਬਾਹਰੋਂ, ਤੇ ਕੀ ਉਹਨਾਂ ਨੇ ਡਿਵੈਲਪ ਕਰਤਾ ਉੱਥੇ। ਪਹਿਲਾਂ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਮੁਕਤਸਰ ਨੂੰ ਆਹ ਬਣਾ ਦਿਆਂਗੇ, ਬਠਿੰਡੇ ਨੂੰ ਆਹ ਬਣਾ ਦਿਆਂਗੇ। ਕੁਛ ਗੱਲਾਂ 'ਚ ਇੰਪਰੂਵਮੈਂਟ ਤਾਂ ਕੀਤੀ ਆ, ਉਹ ਸਾਰੇ ਹੀ ਪਾਸੇ ਕੀਤੀ। ਵੈਸੇ ਇਹ ਨਹੀਂ ਤੁਸੀਂ ਜੇ ਸੜਕਾਂ ਨੂੰ ਦੇਖਦੇ ਆ ਇੱਥੇ ਨਾਲੋਂ ਚੰਗੀਆਂ ਵੈਸੇ ਉੱਥੇ। ਇੱਕ ਗੱਲ ਜਿੱਦਾਂ ਫੜਾ ਮਾਰਦੇ ਹੁੰਦੇ ਸੀ ਸੁਖਬੀਰ ਸਿੰਘ ਬਾਦਲ ਹੋਣੀ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਪਾਣੀ 'ਚ ਬੱਸਾਂ ਚੱਲਣੀਆਂ। ਹਾਂਜੀ। ਉਹ ਵੈਸੇ ਚੱਲਦੀਆਂ ਆ ਉੱਥੇ। ਜਿਹੜੀ ਨਕੋਦਰ ਤੋਂ ਜੰਡਿਆਲੇ ਨੂੰ ਸਾਡੇ ਜਾਂਦੀ ਹੈ ਸੜਕ, ਉਹ ਸਾਡੇ ਪਿੰਡ ਦੇ ਵਿੱਚ ਦੀ ਲੰਘ ਕੇ ਜਾਂਦੀ ਆ। ਉਹ ਬਰਸਾਤਾਂ ਨੂੰ ਉੱਥੇ ਪਾਣੀ ਖੜਾ ਤੇ ਇੰਨਾ ਪਾਣੀ ਖੜਾ ਹੁੰਦਾ ਨਾ, ਉਹ ਵਾਕਿਆ ਹੀ ਬੱਸਾਂ ਉੱਥੇ ਪਾਣੀ ਚੱਲਦੀਆਂ। ਦੇਖੋ ਉਹਨਾਂ ਨੇ ਕਿਹਾ ਸੀ ਉਹਨਾਂ ਦਾ ਵਾਅਦਾ ਤਾਂ ਫਿਰ ਪੂਰਾ ਹੋ ਹੀ ਜਾਂਦਾ, ਚਾਹੇ ਜਿਸ ਤਰੀਕੇ ਨਾਲ ਮਰਜ਼ੀ ਹੋਵੇ, ਕਿਸੇ ਵੀ ਤਰੀਕੇ ਨਾਲ ਇੱਕ ਮਾਡਲ ਬਣਾਤਾ। ਅੱਛਾ, ਮਾਡਲ ਜਦੋਂ ਕਹਿੰਦੇ ਅਸੀਂ ਮਾਡਲ ਬਣਾਉਣਾ, ਇਹ ਮਾਡਲ ਕਿੱਦਾਂ ਦਾ ਬਣਾਉਣਾ? ਉਹਦੇ ਵਿੱਚ ਕੀ ਕੀ ਹੋਣਾ ਚਾਹੀਦਾ? ਕਿਹੜੀ ਚੀਜ਼ ਨੂੰ ਤੁਸੀਂ ਕਿਹੜੇ ਹੋਰ ਡਿਸਟ੍ਰਿਕਟ ਨੂੰ ਕਾਪੀ ਕਰ ਰਹੇ ਆ? ਜਾਂ ਉਹਨਾਂ ਨੂੰ ਦੋ ਹੀ ਤਰੀਕੇ ਹੁੰਦੇ ਨਾ, ਇੱਕ ਅਮਰੀਕਨ ਨੋਵਲਿਸਟ ਕਹਿੰਦਾ ਸੀ ਵੀ ਦੋ ਤਰੀਕੇ ਹੁੰਦੇ ਆ, ਜਾਂ ਤਾਂ ਤੁਸੀਂ ਦੂਸਰਿਆਂ ਨੂੰ ਕਾਪੀ ਕਰੋ, ਜਾਂ ਦੂਸਰਿਆਂ ਲਈ ਰੋਸ਼ਨੀ ਕਰੋ ਵੀ ਤੁਸੀਂ ਕੁਝ ਕਰਕੇ ਦਿਖਾਓ, ਦੂਜੇ ਤੁਹਾਡੀ ਕਾਪੀ ਕਰਨ। ਹਾਂਜੀ। ਹੁਣ ਸੰਗਰੂਰ ਦੇ ਵਿੱਚ ਇਹਨਾਂ ਨੇ ਕਿਸੇ ਦੀ ਕਾਪੀ ਕਰਨੀ ਹੈ ਕਿਉਂਕਿ ਦਿੱਲੀ ਦੀ ਗੱਲ ਕਰਦੇ ਆ ਹਮੇਸ਼ਾ। ਦਿੱਲੀ ਦੀ ਜੇ ਕਾਪੀ ਕਰਨੀ ਤਾਂ ਫਿਰ ਸੰਗਰੂਰ ਜਾ ਕੇ ਸਾਹ ਨਹੀਂ ਲੈ ਸਕਦੇ। ਹਾਂਜੀ। ਫਿਰ ਸਾਨੂੰ ਸਾਹ ਲੈਣ ਲਈ ਰੋਪੜ ਜਾਣਾ ਪਿਆ ਕਰੂਗਾ। ਹਾਂਜੀ। ਕਿਉਂਕਿ ਦਿੱਲੀ 'ਚ ਤਾਂ ਆਉਂਦਾ ਨਹੀਂ ਸਾਹ। ਜੀ। ਦਿੱਲੀ ਦੇ ਵਿੱਚ ਗੈਂਗਸ ਜ਼ਿਆਦਾ ਆ, ਡਰੱਗ ਡੀਲਰ ਵੀ ਉਨੇ ਹੀ ਆ। ਦੇਖੋ ਡਾਕਟਰ ਸਾਹਿਬ, ਜਿਵੇਂ ਤੁਸੀਂ ਕੱਲ ਮੈਂਸ਼ਨ ਕੀਤਾ ਸੀ ਗੈਂਗਸਟਰਸ ਦੇ ਬਾਰੇ, ਕੇਜਰੀਵਾਲ ਵੱਲੋਂ ਕਿਹਾ ਜਾਂਦਾ ਕਿ ਮੈਂ ਪੰਜਾਬ 'ਚੋਂ ਗੈਂਗਸਟਰਸ ਦਾ ਸਫਾਇਆ ਕਰ ਦੇਣਾ, ਤੇ ਜਦੋਂ ਕਿ ਸਭ ਤੋਂ ਜ਼ਿਆਦਾ ਜਿਹੜਾ ਅੱਡਾ ਹੈਗਾ ਗੈਂਗਸਟਰਸ ਦਾ ਉਹ ਦਿੱਲੀ ਆ। ਉਹ ਮਤਲਬ ਉਹਦਾ ਕਹਿਣ ਦਾ ਹੈ ਕਿ ਪੰਜਾਬ ਵਾਲੇ ਗੈਂਗਸਟਰਸ ਨੂੰ ਮੈਂ ਦਿੱਲੀ ਲੈ ਆਉਣਾ। ਸਫਾਇਆ ਇਦਾਂ ਹੀ ਹੋਣਾ। ਹਾਂਜੀ। ਇਹਨਾਂ ਨੂੰ ਮੈਂ ਦਿੱਲੀ ਲੈ ਆਉਣਾ। ਦਿੱਲੀ ਦੇ ਵਿੱਚੋਂ ਭਗਵੰਤ ਮਾਨ ਨੂੰ ਕੋਈ ਆਬਜੈਕਸ਼ਨ ਨਹੀਂ, ਉਹ ਕਹੂਗਾ ਦਿੱਲੀ ਵਾਲੇ ਗੈਂਗਸਟਰ ਤਾਂ ਰੱਬ ਦਾ ਰੂਪ ਆ। ਹਾਂਜੀ। ਜਿਹੜੇ ਕਹਿੰਦੇ ਨੇ ਘਰ ਦਾ ਜੋਗੀ ਜੋੜ ਲਾ, ਬਾਹਰਲਾ ਜੋਗੀ ਸਿੱਧ। ਹਾਂਜੀ। ਇਹਨਾਂ ਨੇ ਫਿਰ ਦਿੱਲੀ ਵਾਲੇ ਗੈਂਗਸਟਰ ਦੀਆਂ ਵੀ ਸਿਫਤਾਂ ਕਰਨ ਲੱਪਣੀਆਂ। ਮੈਨੂੰ ਤਾਂ ਲੱਗਦਾ ਵੀ ਦਿੱਲੀ ਦੇ ਵਿੱਚ ਕੋਈ ਮਾੜੀ ਕੰਮ ਵੀ ਹੋਵੇ ਨਾ, ਉਹਦੀ ਵੀ ਸਿਫਤ ਕਰਦੇ ਸਾਰੇ ਦੇ ਸਾਰੇ 92 ਹੀ ਤੁਰ ਪੈਂਦੇ ਇਹ ਦੱਸਣ ਲਈ ਵੀ ਦਿੱਲੀ ਨੇ ਆਹ ਕਰਤਾ, ਦਿੱਲੀ ਨੇ ਵੀ ਦਿੱਲੀ। ਜਾਂ ਤਾਂ ਜਿਹੜੀ ਦਿੱਲੀ ਮੈਂ ਦੇਖਦਾ ਹਾਂ ਉਹ 'ਚ ਤਾਂ ਕੋਈ ਮਾਰਕੇ ਵਾਲੀ ਗੱਲ ਲੱਗਦੀ ਨਹੀਂ ਤੁਹਾਨੂੰ। ਜਿਹੜਾ ਏਰੀਆ ਅੰਬੈਸੀਜ਼ ਦਾ ਏਰੀਆ ਵਗੈਰਾ ਜਿੱਥੇ ਆ ਮਿਨਿਸਟਰਸ ਰਹਿੰਦੇ ਆ, ਇਹ ਡਿਵੈਲਪ ਕੀਤਾ ਹੈ ਸੈਂਟਰਲ ਗੌਰਮੈਂਟ ਨੇ। ਜਿੱਥੇ ਦਿੱਲੀ ਦਾ ਰਾਜ ਚੱਲਦਾ ਆ ਉੱਥੇ ਭੰਗ ਭੁੱਜਦੀ ਹੈ। ਜੇ ਤੁਸੀਂ ਉਹਨੂੰ ਕਾਪੀ ਕਰਨਾ ਆ ਤਾਂ ਫੇਰ ਤਾਂ ਸੰਗਰੂਰ ਹੈਗਾ ਹੀ ਉਦਾਂ ਦਾ। ਹਾਂਜੀ। ਉਹਨੂੰ ਮਾਡਲ ਤਾਂ ਬਣ ਗਿਆ ਜੇ ਦਿੱਲੀ ਨੂੰ ਕਾਪੀ ਕਰਨਾ। ਜੇ ਤੁਸੀਂ ਹੋਰ ਕਿਸੇ ਨੂੰ ਕਾਪੀ ਕਰਨਾ, ਤੁਸੀਂ ਕਹਿੰਦੇ ਕਿ ਉਹ ਡਿਸਟ੍ਰਿਕਟ ਸਾਡੇ ਨਾਲੋਂ ਚੰਗੇ ਆ, ਉਹਨਾਂ ਦੇ ਦੇਖ ਲਓ ਵੀ ਕੀ ਚੰਗਾ ਆ। ਜਾਂ ਤੁਸੀਂ ਕਹੋ ਵੀ ਸਾਰਾ ਹਿੰਦੁਸਤਾਨ ਸਾਨੂੰ ਕਾਪੀ ਕਰੂਗਾ। ਹਾਂਜੀ। ਸਾਰੇ ਦੇ ਸਾਰੇ 545 ਇਲਾਕੇ ਜਿਹੜੇ ਆ, 43 ਇਲਾਕੇ ਆ, ਉਹ ਸਾਰੇ ਸਾਨੂੰ ਕਾਪੀ ਕਰਨਗੇ ਸੰਗਰੂਰ ਨੂੰ। ਅਸੀਂ ਇਦਾਂ ਦਾ ਸੰਗਰੂਰ ਬਣਾ ਦੇਣਾ, ਤਾਂ ਬਾਕੀ ਦੇ ਜਿਹੜੇ 21 ਆ ਉਹਨੂੰ ਢਾ ਦੇਣਾ। ਇੱਕ ਬਲਡੋਜ਼ਰ ਲਿਆਉਣਾ ਲੁਧਿਆਣੇ ਤੇ ਇੱਕ ਜਲੰਧਰ, ਇੱਥੋਂ ਇੱਟਾਂ ਚੱਕ ਕੇ ਲੈ ਜਾਣੀਆਂ ਅਸੀਂ। ਇਹ ਕਿਹੋ ਜਿਹੀ ਬਿਆਨਬਾਜ਼ੀ ਕਰਦੇ, ਮਤਲਬ ਦਿਮਾਗ ਖਰਾਬ ਹੋਇਆ।
ਤੁਸੀਂ ਗੱਲ ਕਰੋ ਵੀ ਸਾਰੇ ਪੰਜਾਬ ਨੂੰ ਅਸੀਂ ਡਿਵੈਲਪ ਕਰਨਾ। ਹਾਂਜੀ, ਇੱਕ ਮੁੱਖ ਮੰਤਰੀ ਤਾਂ ਇਹੀ ਕਹੂਗਾ ਜੀ ਬਿਲਕੁਲ। ਹੁਣ ਸਾਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਜਿਹੜੇ ਆ ਉਹ ਆਪਣੇ ਇਲਾਕੇ ਦੀ ਜ਼ਿਆਦਾ ਕਰਨੇ ਹੁਣ, ਕਿਉਂਕਿ ਉੱਥੇ ਬਾਈ ਇਲੈਕਸ਼ਨ ਕਦੇ ਉਹਨੂੰ ਇਲੈਕਸ਼ਨ ਵੀ ਜਿੱਤਣੀ ਪੈਂਦੀ ਹੈ। ਹਾਂਜੀ, ਪਰ ਨਰਿੰਦਰ ਮੋਦੀ ਇਹ ਕਵੇ ਕਿ ਮੈਂ ਸਿਰਫ ਗੁਜਰਾਤ ਹੀ ਡਿਵੈਲਪ ਕਰਨਾ ਹੈ, ਮਾਡਲ ਬਣਾਉਣਾ, ਬਾਕੀ ਨਹੀਂ ਕਰਨੇ। ਉਸੇ ਹੀ ਦਿਨ ਸਾਰੇ ਸੂਬਿਆਂ ਨੇ ਆ ਕੇ ਪਿੱਟ ਸਿਆਪਾ ਕਰ ਲੱਪਣਾ। ਸਹੀ ਗੱਲ ਹੈ ਡਾਕਟਰ ਸਾਹਿਬ। ਕਹਿਣਗੇ ਕਿ ਤੁਸੀਂ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਆ ਜਾਂ ਗੁਜਰਾਤ ਦੇ ਆ, ਤੇ ਇਹ ਮੁੱਖ ਮੰਤਰੀ ਸੰਗਰੂਰ ਦੇ ਆ ਕਿ ਪੰਜਾਬ ਦੇ ਆ। ਚਲੋ ਹੈ ਤਾਂ ਅਰਵਿੰਦ ਕੇਜਰੀਵਾਲ ਹੈ, ਪਰ ਫੇਰ ਵੀ ਕਹਿਣ ਕਹਾਉਣ ਨੂੰ ਤਾਂ ਹੈਗੇ ਨਾ ਪੰਜਾਬ ਦੇ ਮੁੱਖ ਮੰਤਰੀ। ਹਾਂਜੀ, ਸੋ ਮਾਡਲ ਬਣਾਉਣਾ ਹੈ, ਕਿਸ ਤਰ੍ਹਾਂ ਦਾ ਬਣਾਉਣਾ। ਮਾਡਲ ਤਾਂ ਰਾਘਵ ਚੱਡਾ ਵੀ ਹੈ। ਹਾਂਜੀ, ਉਹ ਕਮੀਜ਼ਾਂ ਪਾ ਕੇ ਦਿਖਾਦਾ ਹੁੰਦਾ, ਰੈਂਪ ਤੇ ਪਾ ਕੇ ਇੱਧਰ ਨੂੰ ਜਾਂਦਾ, ਕਦੇ ਉੱਧਰ ਨੂੰ ਜਾਂਦਾ। ਇਹ ਮਾਡਲਿੰਗ ਹੀ ਹੈ। ਹਾਂਜੀ ਡਾਕਟਰ ਸਾਹਿਬ, ਹੈ ਤਾਂ ਮਾਡਲਿੰਗ ਹੀ ਹੈ। ਮਾਡਲ ਦਾ ਮਤਲਬ ਕੀ ਹੁੰਦਾ ਹੈ? ਮਾਡਲ ਤੁਸੀਂ ਚੰਗਾ ਵੀ ਬਣਾ ਸਕਦੇ ਆ, ਮਾੜਾ ਵੀ ਬਣਾ ਸਕਦੇ ਆ। ਹਾਂਜੀ, ਉਹਦੀ ਬਾਕੀ ਦੇ ਕਾਪੀ ਕਰਨਗੇ। ਇਸ ਮਾਡਲ ਦੇ ਵਿੱਚ ਸੰਗਰੂਰ ਨੂੰ ਢਾਹ ਵੀ ਸਕਦੇ ਆ, ਇਹ ਵੀ ਮਾਡਲ ਹੈ। ਕਹਿਣਾ ਦੇਖ ਲਓ ਜਿੰਨੀਆਂ ਬਿਲਡਿੰਗ ਢਾਈਆਂ ਆ ਉਹ ਸਾਰੇ ਸੰਗਰੂਰ 'ਚ ਆ। ਹਾਂਜੀ, ਇਹਨੂੰ ਵਧੀਆ ਵੀ ਬਣਾ ਸਕਦੇ ਆ, ਉਹ ਵੀ ਮਾਡਲ ਹੈ। ਮਾਡਲ ਆਪਣੇ ਆਪ ਦੇ ਵਿੱਚ ਕੋਈ ਸ਼ਬਦ ਨਹੀਂ ਹੈ। ਹਾਂਜੀ, ਉਹ ਤਾਂ ਇੱਕ ਕਨਸੈਪਟ ਹੈ। ਉਹ ਕਿਸ ਤਰੀਕੇ ਦਾ ਮਾਡਲ ਬਣਾਉਣਾ ਤੁਸੀਂ ਉਹਦੀ ਪਰਿਭਾਸ਼ਾ ਦਿਓ ਕਿ ਇਹਦੇ ਵਿੱਚ ਆਹ ਚੀਜ਼ਾਂ। ਵੈਸੇ ਤਾਂ ਆਪਣੇ ਕਹਿੰਦੇ ਹੁੰਦੇ ਨਾ, ਅਮਲੀ ਕੋਈ ਖੁਆਬ ਲੈ ਰਿਹਾ ਸੀ ਤੇ ਉਹ ਕਰੇ ਮੈਂ ਫਲਾਣੇ ਥਾਂ ਆਹ ਛੱਤ ਦੇਣਾ, ਮੈਂ ਹਵਾ ਦੇ ਵਿੱਚ ਮਹਿਲ ਬਣਾ ਦੇਣਾ। ਉਹਨੂੰ ਕਹਿੰਦੇ ਵੀ ਤੂੰ ਥੋੜੀ ਜਿਹੀ ਗੱਲ ਥੱਲੇ ਲਿਆ ਕੇ ਸੋਚਣੀ, ਕਿਉਂਕਿ ਫੀਮ ਜ਼ਿਆਦਾ ਖਾਧੀ ਸੀ। ਉਹ ਫੀਮ ਦੇ ਨਾਲ ਉਹਨੂੰ ਲੱਗਦਾ ਸੀ ਕਿ ਹਵਾ ਦੇ ਵਿੱਚ ਮਹਿਲ ਬਣ ਜਾਣਾ ਚਾਹੀਦਾ। ਜੇ ਤੁਸੀਂ ਕਹਿੰਦੇ ਅਸੀਂ ਇੰਡਸਟਰੀ ਲੈ ਆਉਣੀ ਆ, ਅਸੀਂ ਮੈਡੀਕਲ ਕਾਲਜ ਬਣਾਉਣੇ ਆ, ਤੁਸੀਂ ਉਹ ਪਲਾਨ ਬਣਾ ਕੇ ਲੈ ਆਓ। ਉੱਥੇ ਸੰਗਰੂਰ ਦੀ ਬਾਈ ਇਲੈਕਸ਼ਨ ਸੀਗੀ ਨਾ, ਇਸੇ ਬਾਈ ਇਲੈਕਸ਼ਨ ਨੂੰ ਜਿੱਤਣ ਲਈ ਇਹਨਾਂ ਨੇ ਕਿਹਾ। ਹਾਂਜੀ, ਉੱਥੇ ਪਲਾਨ ਬਣਾ ਕੇ ਲੈ ਆਉਂਦੇ ਕਿ ਅਸੀਂ ਪਲਾਨ ਚੰਡੀਗੜ੍ਹ ਤੋਂ ਬਣਾ ਕੇ ਲੈ ਆਏ ਆ, ਤੇ ਇੱਥੇ ਮਾਨਸਾ ਦੇ ਵਿੱਚ ਆਹ ਲੱਗਣਾ ਆ, ਭਦੌੜ ਦੇ ਵਿੱਚ ਆਹ ਲੱਗਣਾ ਆ, ਧੂਰੀ ਦੇ ਵਿੱਚ ਆਹ ਲੱਗਣਾ ਆ, ਤੇ ਇਹ ਇੱਥੇ ਆਹ ਸਾਰੇ ਸੁਪਰ ਹਾਈਵੇ ਬਣਾ ਦੇਣੇ ਆ, ਤੇ ਇਹ ਇੱਕ ਡਿਸਟ੍ਰਿਕਟ ਦੁਨੀਆ ਭਰ ਲਈ ਮਾਡਲ ਹੋਊਗਾ। ਹਾਂਜੀ, ਤੇ ਫਿਰ ਉਹ ਤੇ ਨੁਕਤਾਚੀਨੀ ਵੀ ਕਰਦੇ ਚੰਗੇ ਲੱਗਦੇ। ਹੁਣ ਬੋਲੀਏ ਤਾਂ ਕਿਹੜੀ ਚੀਜ਼ ਤੇ ਬੋਲ ਸਕਦੇ ਤੁਸੀਂ? ਹਾਂਜੀ, ਇਹੀ ਆ ਵੀ ਕਨਸੈਪਟ ਸਿਰਫ ਸੰਗਰੂਰ ਦੇ ਵਿੱਚ ਹੀ ਇਹ ਕਿਉਂ ਬਣਾਉਣਾ। ਜਿੱਦਾਂ ਦੇ ਸਮਾਰਟ ਸਕੂਲ ਬਣਾਉਣੇ ਆ ਉਦਾਂ ਦਾ ਹੀ ਸਮਾਰਟ ਇਹਨਾਂ ਨੇ ਸੰਗਰੂਰ ਬਣਾਉਣਾ। ਜੀ ਡਾਕਟਰ ਸਾਹਿਬ, ਬਿਲਕੁਲ ਸਹੀ ਕਿਹਾ ਤੁਸੀਂ ਕਿ ਜਦੋਂ ਕੋਈ ਵੀ ਇਹ ਐਲਾਨ ਕਰਦੇ ਹੈਗੇ ਆ ਤਾਂ ਉਹਦੀ ਡੈਫੀਨੇਸ਼ਨ ਦੇ ਨਾਲ ਨਾਲ ਇਹਨਾਂ ਨੂੰ ਪੂਰੀ ਡਿਟੇਲ ਵੀ ਦੇਣੀ ਚਾਹੀਦੀ ਹੈ, ਤਾਂ ਕਿ ਪਤਾ ਤਾਂ ਲੱਗੇ ਕਿ ਇਹਨਾਂ ਦਾ ਮਤਲਬ ਕੀ ਹੈ ਉਸ ਚੀਜ਼ ਤੋਂ, ਤੇ ਕਿੰਨੇ ਟਾਈਮ ਦੇ ਵਿੱਚ ਉਹ ਚੀਜ਼ ਨੂੰ ਇਹਨਾਂ ਨੇ ਪੂਰਾ ਕਰਕੇ ਦੇਣਾ ਤੇ ਕਿਸ ਤਰੀਕੇ ਦੇ ਨਾਲ ਪੂਰਾ ਕਰਕੇ ਦੇਣਾ। ਇਹ ਨਹੀਂ ਹੈਗਾ ਕਿ ਸਿਰਫ ਚੋਣਾਂ ਦੇ ਸਮੇਂ ਦੇ ਵਿੱਚ, ਜਿਵੇਂ ਹੁਣ ਤੁਸੀਂ ਕਿਹਾ ਕਿ ਜ਼ਿਮਨੀ ਚੋਣ ਦੀ ਕਰਕੇ ਵੀ ਕਈ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਆ, ਕਿ ਸਿਰਫ ਵਾਅਦੇ ਕਰੀ ਜਾਓ, ਝੂਠੇ ਵਾਅਦੇ ਕਰੀ ਚਲੋ, ਉਸ ਤੋਂ ਬਾਅਦ ਤੁਸੀਂ ਕੁਝ ਵੀ ਨਾ ਕਹੋ। ਪਰ ਉਹੀ ਹੈ ਨਾ ਕਿ ਡਿਟੇਲ ਤਾਂ ਮਿਸਿੰਗ ਆ ਹਰ ਇੱਕ ਚੀਜ਼ ਦੇ ਵਿੱਚ, ਤਾਂ ਤੁਸੀਂ ਸਵਾਲ ਵੀ ਕਿਸ ਚੀਜ਼ ਤੇ ਕਰੋਗੇ। ਡਾਕਟਰ ਸਾਹਿਬ, ਹੁਣ ਗੱਲਬਾਤ ਕਰਦੇ ਹਾਂ BC ਦੀ। BC ਫੈਰੀਜ਼ ਨੇ ਸਟਾਫਿੰਗ ਇਸ਼ੂਜ਼ ਦੇ ਚੱਲਦਿਆਂ ਪੈਸੇਂਜਰਸ ਦੇ ਲਈ ਇੱਕ ਵਾਰਨਿੰਗ ਜਾਰੀ ਕੀਤੀ ਆ ਕੈਂਸਲੇਸ਼ਨ ਦੀ। ਪਿਛਲੇ 9 ਦਿਨਾਂ ਦੇ ਵਿੱਚ ਦਰਜਨਾਂ ਸੇਲਿੰਗਸ ਜਿਹੜੀਆਂ ਹੈਗੀਆਂ ਨੇ ਉਹ ਕੈਂਸਲ ਹੋਈਆਂ ਨੇ ਤੇ ਹੁਣ ਵੀ ਹੋ ਸਕਦੀਆਂ ਨੇ। ਇਹ ਪੂਰੀ ਖਬਰ ਹੈ ਕੀ? ਦੇਖੋ, ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਹਮੇਸ਼ਾ ਹੀ ਪਹਿਲਾਂ ਜਦੋਂ ਹਵਾ ਜ਼ਿਆਦਾ ਆ ਜਾਂਦੀ ਸੀ ਤਾਂ ਉਦੋਂ ਫੈਰੀਜ਼ ਬੰਦ ਕਰ ਦਿੰਦੇ ਸੀ, ਮੌਸਮ ਦਾ ਕਰਕੇ ਬੰਦ ਕਰਦੇ। ਹੁਣ ਇਹਨਾਂ ਨੇ ਇੱਕ ਬਹਾਨਾ ਲੱਭਿਆ ਪੈਂਡੈਮਿਕ ਦਾ ਕਰਕੇ। ਬਹੁਤ ਤੁਸੀਂ ਪੜ੍ਹਦੇ ਆ ਆਲੇ ਦੁਆਲੇ ਕਿ ਲੇਬਰ ਸ਼ਾਰਟੇਜ ਆ ਗਈ। ਹਾਂਜੀ, ਇੱਕ ਤਾਂ ਇਹਨਾਂ ਦੀ ਆਪਣੀ ਕ੍ਰੀਏਟ ਕੀਤੀ ਸੀ ਕਿ ਵੈਕਸੀਨੇਟਡ ਜਿਹੜਾ ਨਹੀਂ EMPLOYE ਉਹ ਨਹੀਂ ਆ ਸਕਦਾ। ਹਾਂਜੀ, ਹੁਣ ਉਹ ਵੀ ਹਟਾਤੀ। ਵੈਸੇ ਇਹਨਾਂ ਨੇ ਕਹਿਤਾ ਜੇ ਅਨਵੈਕਸੀਨੇਟਡ ਵੀ ਹੈ ਤੁਸੀਂ ਮੁੜ ਕੇ ਵਾਪਸ ਆ ਸਕਦੇ। ਦੂਸਰੀ ਗੱਲ ਜਿਹੜੀ ਵੈਕਸੀਨੇਸ਼ਨ ਦੀ ਗੱਲ ਕਰਦੇ, ਜਿੰਨਾ ਚਿਰ ਤੁਹਾਡੇ ਤੋਂ ਸਥਾਈ ਹੱਲ ਨਹੀਂ ਕਿਸੇ ਚੀਜ਼ ਦਾ ਨਾ, 1930 ਦੇ ਵਿੱਚ ਪਹਿਲਾਂ ਬ੍ਰਿਜ ਬਣਾਉਣ ਬਾਰੇ ਸੋਚਦੇ ਸੀ। ਹੁਣ 92 ਸਾਲ ਹੋ ਗਏ ਆ। ਮੇਰਾ ਖਿਆਲ ਇੱਕ ਸਟੱਡੀ ਕਰਾਉਣੀ ਚਾਹੀਦੀ ਹੈ BC ਗਵਰਨਮੈਂਟ ਨੂੰ ਕਿ ਪੁਰਾਣੀਆਂ ਸਟੱਡੀਜ਼ ਦੇ ਕੋਈ ਸਮਰੀ ਪੇਸ਼ ਕੀਤੀ ਜਾਵੇ ਕਿ ਕਿੰਨੀ ਵਾਰ ਉਹਨੂੰ ਸਟੱਡੀ ਕਰ ਚੁੱਕੇ ਆ ਕਿ ਇੱਥੇ ਬ੍ਰਿਜ ਕਿੱਧਰ ਦੀ ਬਣਨਾ, ਕਿੰਨੀ ਕਾਸਟ ਹੋਣੀ ਆ। ਹਮੇਸ਼ਾ ਹੀ ਇਦਾਂ ਹੁੰਦੀ ਹੈ। ਹੁਣ 10 ਸਾਲਾਂ ਬਾਅਦ ਇੱਕ ਸਟੱਡੀ ਕਰਾ ਲੈਣਗੇ, ਉਹ ਤੇ ਕਾਸਟ ਵੱਧ ਜਾਣੀ ਓਬਵੀਅਸਲੀ ਜੀ। ਉਹ ਤੋਂ ਬਾਅਦ ਫਿਰ 10 ਸਾਲਾਂ ਬਾਅਦ
कराउणगे, फिर कॉस्ट वध जानी, पर वो ब्रिज नहीं कदे बनना। स्थाई हाल तो यही है। ते तुसी एक बार पैसे ला लो, कोई गल नहीं, टोल ब्रिज ही बना लो। हाँ जी। जिन्ना चिर नहीं पैसे पूरे होंदे तुसी टोल ब्रिज रखो। ते नाले फैडरल सरकार दे कोल बड़ा पैसा, वो देना चाहुंदे थोड़े जिहा। हाँ जी। उन्हां तो पैसे लेने चाहिए जी बिल्कुल। अच्छा, हुण जिहड़ी गल करदे आ लेबर शॉर्टेज दी, लेबर शॉर्टेज उन्हां नूं आ रही है जिहड़े पैसे नहीं दिंदे, मतलब मिनिमम वेज ते लैंदे आ लोकां, उन्हां नूं लेबर शॉर्टेज दी आ रही है कि इस वेले जे किसी नूं $20 मिलदे होण 15 ते क्यों काम करे। हाँ जी। BC फैरी दे विच चंगी तनख्वाह मिलदी है, इन्हां दे एक्सटेंडेड हैल्थ केयर बेनिफिट्स आ, पेंशन मिलदी है इन्हां नूं, यूनीयन आ। ਇਹਦੇ ਲਈ ਇਹ ਕਹਿਣ ਤਾਂ ਸਹੀ ਕਿਸੇ ਦਿਨ ਕਿ ਅਸੀਂ ਇੰਨੇ ਬੰਦੇ ਹਾਇਰ ਕਰਨੇ ਆ, ਸਾਰੀ ਸਰੀ ਇਹਨਾਂ ਦੀ ਜਾ ਖੜ ਜੂਗੀ ਉੱਥੇ। ਹਾਂਜੀ। ਕਿਉਂਕਿ ਇਹ ਵਧੀਆ ਜੌਬਾਂ ਦੇ ਵਿੱਚੋਂ ਆ ਜਿਹਨੂੰ ਲੋਕੀ ਪਸੰਦ ਕਰਦੇ ਆ, ਲੋਕੀ ਚਾਹੁੰਦੇ ਆ ਕਿ ਜ਼ਿਆਦਾ ਤਨਖਾਹ ਵਾਲੀ ਜਿਹੜੀ BC ਫੈਰੀ ਦੀ ਜੌਬ ਲਈ ਜਾਵੇ। ਹਾਂਜੀ। ਸੋ ਇਹ PR ਵਾਲਿਆਂ ਨੂੰ, BC ਫੈਰੀ ਵਾਲਿਆਂ ਨੂੰ ਵੈਸੇ ਇਹ ਬਹਾਨਾ ਖਤਮ ਕਰਨਾ ਚਾਹੀਦਾ। ਉਹਨਾਂ ਨੂੰ ਸੁਣ ਲੈਣਾ ਚਾਹੀਦਾ ਕਿ ਇਹ ਬਹਾਨਾ ਤਾਂ ਉਹ ਕੰਪਨੀਆਂ ਕਰਦੀਆਂ ਜਿਨ੍ਹਾਂ ਨੇ ਪੈਸੇ ਨਹੀਂ ਦੇਣੇ। ਹਾਂਜੀ। ਜਾਂ ਪੈਸੇ ਬਹੁਤ ਘੱਟ ਦੇਣੇ। ਤੁਸੀਂ ਤਾਂ ਜਿੰਨੇ ਪੈਸੇ ਦਿੰਦੇ ਇੱਥੇ ਬਹੁਤ ਸਾਰੇ BC ਵਾਲੇ ਬੰਦੇ ਚਾਹੁੰਦੇ ਆ ਕਿ ਅਸੀਂ BC ਫੈਰੀ 'ਚ ਕੰਮ ਕਰੀਏ। ਤੁਸੀਂ ਇਹ ਕਿਹੜਾ ਬਹਾਨਾ ਲਾ ਰਹੇ? ਹਾਂਜੀ, ਸਟਾਫ ਇਹਦਾ ਮਤਲਬ ਮੈਨੇਜਮੈਂਟ ਦੇ ਵਿੱਚ ਕੋਈ ਕਮੀ ਪੇਸ਼ੀ ਹੈ। ਮੈਨੇਜਮੈਂਟ 'ਚ ਬੰਦਾ ਰੱਖਿਆ ਹੋਣਾ ਜਿਹੜਾ ਕਿ ਮੰਤਰੀ ਨੂੰ ਜਾਣਦਾ ਜਾਂ ਪ੍ਰੀਮੀਅਰ ਨੂੰ ਜਾਣਦਾ, ਤੇ ਜਿੰਨੇ ਆਬਵੀਅਸਲੀ ਇਹਨਾਂ ਨੇ ਬੋਰਡ ਆਫ ਡਾਇਰੈਕਟਰ ਦੇ ਬੰਦੇ ਰੱਖੇ ਹੋਣ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ, ਉਹਨਾਂ ਨੂੰ ਇਹੀ ਪਤਾ ਹੁੰਦਾ ਵੀ ਫੈਰੀ 'ਚ ਬੈਠਣਾ ਤੇ ਜਾਣਾ ਹੈ ਬਸ। ਉਹਨੂੰ ਕਿੱਦਾਂ ਚਲਾਉਣਾ ਹੈ, ਕਿੱਦਾਂ ਘਾਟੇ 'ਚੋਂ ਕੱਢਣਾ ਹੈ, ਕਿਸ ਤਰੀਕੇ ਦੇ ਨਾਲ ਇਨਸੈਂਟਿਵ ਪੇਸ਼ ਕੀਤੇ ਜਾਣ। ਤਾਂ ਫਾਰ ਐਗਜ਼ਾਮਪਲ ਇੱਥੇ ਗਲੈਨ ਕਲਾਰਕ ਨੇ, ਪ੍ਰੀਮੀਅਰ ਨੇ, ਇੱਕ ਵਾਰ ਕੋਸ਼ਿਸ਼ ਕੀਤੀ ਕਿ ਫਾਸਟ ਫੈਰੀਜ਼ ਲਿਆਂਦੀਆਂ ਜਾਣ ਇੱਥੇ, ਕਿਉਂਕਿ ਹੁਣ ਬਹੁਤ ਸਮਾਂ ਲੱਗਦਾ ਫੈਰੀਜ਼ ਨੂੰ ਜਾਣ। ਵੈਸੇ ਇੱਥੋਂ ਇੰਨਾ ਡਿਸਟੈਂਸ ਹੈ ਨਹੀਂ ਹੈ, ਹੁਣ 1.5 ਘੰਟਾ ਜਿਹੜਾ ਲਾਉਂਦੇ ਆ ਇੱਥੋਂ ਟਵਾਸਨ ਤੋਂ ਸ਼ਾਰਟਸਵੇ ਨੂੰ, ਵੈਸੇ ਡਿਸਟੈਂਸ ਦੇ ਹਿਸਾਬ ਦੇ ਨਾਲ ਤਾਂ ਥੋੜੇ ਮਿੰਟਾਂ 'ਚ ਜਾਣਾ ਚਾਹੀਦਾ। ਉਹਨਾਂ ਨੇ ਫਾਸਟ ਫੈਰੀ ਲਿਆਂਦੀ, ਉਹ ਕਾਮਯਾਬ ਨਹੀਂ ਹੋਈ। ਤੇ ਚਲੋ ਕੋਸ਼ਿਸ਼ ਤਾਂ ਕੀਤੀ ਹੈ ਕਰੀ, ਉਹ 'ਚ ਬਹੁਤ ਗਲਤੀਆਂ ਹੋ ਗਈਆਂ, ਪੂਰੀ ਤਰੀਕੇ ਨਾਲ ਉਹਨਾਂ ਨੇ ਪਲੈਨਿੰਗ ਨਹੀਂ ਕੀਤੀ, ਤੇ ਉਸ ਤੋਂ ਬਾਅਦ ਕੌਡੀਆਂ ਦੇ ਭਾਅ ਵੇਚੀ ਉਹ ਫਾਸਟ ਫੈਰੀ ਜਿਹੜੀ। ਉਹਨੂੰ ਇਹ ਵੀ ਤਾਂ ਰੱਖ ਹੀ ਸਕਦੇ ਸੀ, ਕਿਸੇ ਨੇ ਲੈ ਕੇ ਉਹਦਾ ਰੈਸਟੋਰੈਂਟ ਬਣਾ ਲਿਆ। ਉਹ ਕਿਸੇ ਨੇ ਵਧੀਆ ਆਈਡੀਆ ਲਿਆ ਕਿ ਰੈਸਟੋਰੈਂਟ ਵੀ ਚੱਲੂਗਾ, ਲੋਕੀ ਵੈਸੇ ਹੀ ਤੁਸੀਂ ਖੜੀ ਕਰਦੇ ਹੋ ਇੱਥੇ ਸ਼ਾਰਟਸਵੇ ਤੇ ਜਾਂ ਇੱਥੇ ਟਵਾਸਨ, ਲੋਕਾਂ ਨੇ ਉਹਨੂੰ ਦੇਖਣੇ ਚੱਲ ਜਾਇਆ ਕਰਨਾ ਸੀ। ਹਾਂਜੀ। ਉਹਦੇ 'ਚ ਤੁਸੀਂ ਮਿਊਜ਼ੀਅਮ ਬਣਾ ਦਿਓ, ਕੁਛ ਨਾ ਕੁਛ, ਮਤਲਬ ਇਹ ਤਾਂ ਥਿੰਕਿੰਗ ਵਾਲੀ ਗੱਲ ਹੈ ਨਾ, ਸੋਚਣ ਵਾਲਾ ਬੰਦਾ ਹੋਵੇ ਕੋਈ ਉੱਥੇ। ਜੀ। ਜੇ ਉੱਥੇ ਇਹ ਹੀ ਬੈਠੇ ਆ ਵੀ ਅਸੀਂ ਤਨਖਾਹ ਹੀ ਲੈਣੀ ਆ ਮੋਟੀ, ਉਦੋਂ ਬਾਅਦ ਕੁਛ ਨਹੀਂ ਕਰਨਾ, ਤੇ ਉਹ ਤਨਖਾਹ ਮੋਟੀ ਲੈਣ ਵਾਲਿਆਂ ਨੇ ਆਹ ਕੰਮ ਕੀਤਾ ਹੈ। ਹਾਂਜੀ। ਤਾਂ ਉਹ ਇਹਨਾਂ ਦੇ ਦੋਸਤ ਆ ਸਰਕਾਰ ਦੇ, ਤਾਂ ਹੀ ਕਰਕੇ ਇਹਨਾਂ ਦੀ ਫੈਰੀਜ਼ ਕੈਂਸਲ ਹੁੰਦੀਆਂ ਰਹਿੰਦੀਆਂ। ਜਿਨ੍ਹਾਂ ਬੰਦਿਆਂ ਨੇ ਆਪਣਾ ਕੰਮਕਾਰ ਕਰਨਾ ਉਹਨਾਂ ਨੇ ਪਹਿਲਾਂ ਬੁਕਿੰਗ ਕੀਤੀ ਹੁੰਦੀ ਹੈ। ਅੱਛਾ, ਬੁਕਿੰਗ ਉਹਨਾਂ ਦੀ ਜਾਂਦੀ ਲੱਗਦੀ ਹੈ ਕਿ ਉਹ ਫੈਰੀ ਕੈਂਸਲ ਕਰ। ਹਾਂਜੀ। ਤੇ ਇਹ ਜਿਹੜੇ ਰਿਲਾਇਬਲ ਤੁਸੀਂ ਟਰਾਂਸਪੋਰਟੇਸ਼ਨ ਦੇ ਹੀ ਨਹੀਂ ਸਕਦੇ, ਉਹਦਾ ਅਲਟਰਨੇਟਿਵ ਤਾਂ ਲੱਭੋ, ਕੁਛ ਨਾ ਕੁਛ ਤਾਂ ਸਟੱਡੀ ਕਰੋ। ਹਾਂਜੀ ਬਿਲਕੁਲ ਡਾਕਟਰ ਸਾਹਿਬ, ਆਲਟਰਨੇਟਿਵ ਤਾਂ ਹੋਣਾ ਚਾਹੀਦਾ। ਤੁਸੀਂ ਬਿਲਕੁਲ ਸਹੀ ਕਿਹਾ ਕਿ ਹਰ ਇੱਕ ਚੀਜ਼ ਵੈਸੇ ਵੀ ਪੈਂਡੈਮਿਕ ਦੇ ਸਿਰ ਮੜ ਦਿੰਦੇ ਸੌਖਾ ਹੋ ਜਾਂਦਾ, ਕਿਉਂਕਿ ਫਿਰ ਇਹਨਾਂ ਨੂੰ ਕੋਈ ਸਵਾਲ ਹੀ ਨਹੀਂ ਕਰਦਾ। ਉਹਦੇ ਤੋਂ ਬਾਅਦ ਰੁੱਖ ਕਰਦੇ ਹਾਂ ਹੁਣ ਆਪਾਂ ਅਗਲੀ ਖਬਰ ਵੱਲ। ਗੱਲ ਕਰਦੇ US ਦੀ। ਸੁਪਰੀਮ ਕੋਰਟ ਵੱਲੋਂ ਅਬੋਰਸ਼ਨ ਦੇ ਮੁੱਦੇ ਤੇ ਫੈਸਲਾ ਆਉਣਾ ਸੀ ਕੱਲ, ਪਰ ਹੁਣ ਇਹ ਫੈਸਲਾ ਜਾਂ ਤਾਂ ਫਿਰ ਜੁਲਾਈ ਦੇ ਪਹਿਲੇ ਹਫਤੇ ਆ ਸਕਦਾ ਜਾਂ ਫਿਰ ਜੂਨ ਦੇ ਜਿਹੜੇ ਐਂਡ ਵਾਲੇ ਦਿਨ ਹੈਗੇ ਉਦੋਂ ਆ ਸਕਦਾ। ਸੁਪਰੀਮ ਕੋਰਟ ਨੇ ਫੈਸਲਾ ਜਿਹੜਾ ਹੈਗਾ ਦਿੱਤਾ ਨਹੀਂ। ਪਹਿਲਾਂ ਕਿਹਾ ਜਾ ਰਿਹਾ ਸੀਗਾ, ਕਿਉਂਕਿ ਇੱਕ ਪਹਿਲਾਂ ਡਰਾਫਟ ਲੀਕ ਹੋ ਗਿਆ ਸੀ, ਉਹਦੇ ਲੀਕ ਹੋਣ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਇਹ ਓਵਰਟਰਨ ਕਰ ਸਕਦਾ, ਪਰ ਹੁਣ ਥੋੜੀ ਦੇਰ ਹੋਰ ਵੇਟ ਕਰਨੀ ਪੈਣੀ ਹੈ। ਇਸ ਪੂਰੀ ਖਬਰ ਬਾਰੇ ਤੁਸੀਂ ਦੱਸੋ। ਵੈਸੇ ਡੈਮੋਕ੍ਰੈਟਿਕ ਪਾਰਟੀ ਵਾਲੇ ਤਾਂ ਖੜੇ ਸੀ ਕਿ ਅਸੀਂ ਇਸ ਫੈਸਲੇ ਦੇ ਖਿਲਾਫ ਆਵਾਜ਼ ਕਰਦੇ ਸੀ ਕਿ ਇਹ ਫੈਸਲਾ ਉਹੀ ਆ। ਪਹਿਲੀ ਤਾਂ ਗੱਲ, ਕਿਉਂਕਿ ਅਜੇ ਤਾਈਂ ਪੱਕਾ ਪਤਾ ਨਹੀਂ ਹੈ ਨਾ, ਉਹ ਤਾਂ ਲੀਕ ਹੀ ਹੋਇਆ ਸੀ ਡਾਕੂਮੈਂਟ। ਹਾਂਜੀ। ਕੀ ਉਹੀ ਫੈਸਲਾ ਹੈ ਉਹਨਾਂ ਦਾ? ਜੇ ਇਹ ਆਸ ਕਰਦੇ ਸੀ ਕਿ ਉਹੀ ਫੈਸਲਾ ਹੋਵੇ ਤੇ ਫਿਰ ਅਸੀਂ ਡੈਮੋਨਸਟ੍ਰੇਸ਼ਨ ਕਰੀਏ। ਡੈਮੋਨਸਟ੍ਰੇਸ਼ਨ ਵੀ ਜਿੱਦਾਂ ਸਿਐਟਲ ਦੇ ਵਿੱਚ ਕਰਨਗੇ,
ਇੱਥੇ ਇਹਨਾਂ ਦੀ ਡੈਮੋਕ੍ਰੈਟਿਕ ਪਾਰਟੀ ਦੀ ਸਰਕਾਰ ਹੈ ਜਿੱਥੇ ਕੋਈ ਖਤਰਾ ਨਹੀਂ ਅਬੋਰਸ਼ਨ ਨੂੰ, ਪਰ ਡੈਮੋਨਸਟ੍ਰੇਸ਼ਨ ਜ਼ਰੂਰ ਵੱਡੀ ਕਰਨਗੇ, ਕਿਉਂਕਿ ਇਹ ਡੈਮੋਨਸਟ੍ਰੇਸ਼ਨ ਅਬੋਰਸ਼ਨ ਲਈ ਨਹੀਂ ਕਰ ਰਿਹਾ, ਇਹ ਨਵੰਬਰ ਨੂੰ ਜਿਹੜੀਆਂ ਇਲੈਕਸ਼ਨ ਹੋਣੀਆਂ ਉਹ ਲਈ ਹੋ ਰਹੀ ਹੈ। ਹਾਂਜੀ, ਵੋਟਾਂ ਲਈ ਕੋਈ ਨਾ ਕੋਈ ਇਹਨਾਂ ਨੂੰ ਲੱਭਦੇ ਫਿਰਦੇ ਵੀ ਕੋਈ ਤਣਕਾ ਮਿਲ ਜਵੇ। ਵੈਸੇ ਵੀ ਡਾਕਟਰ ਸਾਹਿਬ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਹੁੰਦਾ, ਪਰ ਬਾਈਡਨ ਸਾਹਿਬ ਨੂੰ ਤਾਂ ਉਹ ਵੀ ਨਹੀਂ ਮਿਲਿਆ। ਵੈਸੇ ਕਈ ਤਣਕਿਆਂ ਨੂੰ ਹੱਥ ਪਾਇਆ, ਉਹ ਕੋਈ ਸਹਾਰਾ ਮਿਲਿਆ ਨਹੀਂ ਉਹਨਾਂ। ਹਾਂਜੀ, ਹੁਣ ਟਿਊਜ਼ਡੇ ਕੱਲ ਉਹਨਾਂ ਨੇ ਦੇਣਾ ਸੀ ਫੈਸਲਾ ਵੈਸੇ, ਪਰ ਕਿਉਂਕਿ ਲੀਕ ਦੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਸੁਪਰੀਮ ਕੋਰਟ ਲਈ ਦੀ ਇੱਕ, ਚਲੋ ਡਾਕੂਮੈਂਟ ਉਹਨਾਂ ਦਾ ਠੀਕ ਹੋਵੇ ਗਲਤ ਹੋਵੇ, ਡਰਾਫਟ ਉਹਨਾਂ ਨੇ ਬਦਲ ਲੈਣੇ ਆ ਬਾਅਦ ਦੇ ਵਿੱਚ, ਇੱਕ ਡਰਾਫਟ ਦਾ ਸੁਪਰੀਮ ਕੋਰਟ ਦੇ ਵਿੱਚੋਂ ਲੀਕ ਹੋਣਾ ਇਹ ਬਹੁਤ ਵੱਡੀ ਗੱਲ। ਹਾਂਜੀ, ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਸਾਡੀ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਡਿਸੀਜਨ ਨਹੀਂ ਦੇਣੀ। ਹਾਂਜੀ, ਇਹ ਵੀ ਕਿਆਸ ਰਾਹੀ ਆ ਵੀ ਹੁਣ ਜੂਨ ਦੇ ਐਂਡ 'ਚ ਆ ਜਾਊਗੀ, ਜੁਲਾਈ ਦੇ ਸ਼ੁਰੂ ਦੇ ਵਿੱਚ ਆ ਜਾਊਗੀ, ਹੋ ਸਕਦਾ ਆਵੇ ਹੀ ਨਾ, ਉਸ ਤੋਂ ਬਾਅਦ ਸਮਰ ਦੀਆਂ ਛੁੱਟੀਆਂ ਹੋ ਜਾਣੀਆਂ। ਹਾਂਜੀ, ਤੇ ਫਿਰ ਆ ਕੇ ਸਤੰਬਰ ਅਕਤੂਬਰ ਦੀ ਗੱਲ। ਡੈਮੋਕ੍ਰੈਟਿਕ ਪਾਰਟੀ ਵਾਲੇ ਇਹ ਚਾਹੁੰਦੇ ਆ ਕਿ ਉਹੀ ਫੈਸਲਾ ਹੋਵੇ ਤੇ ਆ ਵੀ ਇਲੈਕਸ਼ਨ ਤੋਂ ਪਹਿਲਾਂ ਜਾਵੇ। ਹਾਂਜੀ, ਤਾਂ ਕਿ ਇਹਨੂੰ ਚਲੋ ਥੋੜੀਆਂ ਬਹੁਤੀਆਂ ਵੋਟਾਂ ਤਾਂ ਸਮਝਦੇ ਕਿ ਸਾਡੀਆਂ, ਕਿਉਂਕਿ ਔਰਤਾਂ ਦੇ ਵਿੱਚ ਵੀ ਇਹਨਾਂ ਦਾ ਗ੍ਰਾਫ ਕਾਫੀ ਥੱਲੇ ਚਲੇ ਗਿਆ। ਹਾਂਜੀ, ਤਾਂ ਉਹ ਗ੍ਰਾਫ ਤਾਂ ਨੂੰ ਕਰਨ ਲਈ ਕਿ ਮਾੜੀ ਮੋਟੀ ਕੋਈ ਨਾ ਕੋਈ ਤਣਕਾ ਮਿਲਣਾ ਚਾਹੀਦਾ ਇਹਨਾਂ ਨੂੰ। ਜੋ ਬਾਈਡਨ ਤਾਂ ਅਰਦਾਸ ਕਰਦਾ ਹੋਣਾ ਜ਼ਰੂਰ। ਏਸ਼ੀਅਨ ਲੋਕਾਂ ਦੀ ਵੀ ਜਿੱਦਾਂ ਆਪਾਂ ਗੱਲ ਕੀਤੀ ਸੀ, ਉੱਥੇ ਵੀ ਇਹਨਾਂ ਦਾ ਜਿਹੜਾ ਗ੍ਰਾਫ ਆ ਥੱਲੇ ਹੀ ਗਿਆ। ਹਰ ਇੱਕ ਚੀਜ਼ ਦੇ ਵਿੱਚ ਗ੍ਰਾਫ ਤਾਂ ਤੁਸੀਂ ਡਾਕਟਰ ਸਾਹਿਬ ਦੇਖ ਲਓ, ਵੀ ਪਪੂਲੈਰਿਟੀ ਵਾਈਜ਼ ਵੀ ਦੇਖਦੇ ਹੋ, ਉਹ ਵੀ ਥੱਲੇ ਚਲੇ ਗਿਆ ਹੈਗਾ। ਤੇ ਹੁਣ ਇੱਕ ਆਇਲ ਪ੍ਰਾਈਸਿਸ ਤੇ ਜਿਹੜੀ ਆਇਲ ਦੀਆਂ ਕੀਮਤਾਂ ਤੇ ਸਰਵੇ ਕੀਤਾ, ਕੱਲ ਹੀ ਆਇਆ ਸੀ। ਉਹਨਾਂ ਨੂੰ ਪੁੱਛਦੇ ਆ ਕਿ ਜਿੱਦਾਂ ਐਡਮਿਨਿਸਟ੍ਰੇਸ਼ਨ ਕਹਿੰਦੀ ਨਾ ਰਸ਼ੀਆ ਦੀ ਤਾਂ ਯੂਕਰੇਨ ਦੀ ਵਾਰ ਲੱਗੀ ਕਰਕੇ ਤਾਂ ਨੂੰ ਹੋ ਗਈਆਂ ਪ੍ਰਾਈਸ। ਹਾਂਜੀ, 14% ਜਿਹੜੇ ਅਮਰੀਕਨ ਲੋਕਾਂ ਨੇ ਬਲੇਮ ਕੀਤਾ ਪੁਟਿਨ ਨੂੰ ਤੇ 52% ਲੋਕਾਂ ਨੇ ਜੋ ਬਾਈਡਨ ਨੂੰ ਬਲੇਮ ਕੀਤਾ। 52% ਨੇ 52% ਨੇ। ਵਾਓ। ਸੋ ਜਿਹੜਾ ਧੂਆਂ ਧਾਰ ਪ੍ਰਾਪੇਗੈਂਡਾ ਕਰਦੇ ਆ ਉਹ ਲੋਕਾਂ ਨੇ ਬਾਏ ਨਹੀਂ ਕੀਤਾ। ਹਾਂਜੀ, ਉਹਨਾਂ ਨੇ ਕਿਹਾ ਨਹੀਂ, ਜਿਹੜੀਆਂ ਪਾਲਿਸੀ ਸਾਡਾ ਪ੍ਰੈਜ਼ੀਡੈਂਟ ਬਣਾ ਰਿਹਾ ਨਾ, ਇਹਨਾਂ ਨੇ ਆਉਂਦੇ ਨੇ ਫ੍ਰੈਕਿੰਗ ਬੰਦ ਕੀਤੀ ਆ, ਇਹਨਾਂ ਨੇ ਆਉਂਦਿਆਂ ਨੇ ਸਾਊਦੀ ਅਰੇਬੀਆ ਗੁੱਸੇ ਕਰ ਲਿਆ, ਇਹਨਾਂ ਨੇ ਆਉਂਦਿਆਂ ਨੇ ਕਿਹਾ ਕਿ ਅਸੀਂ এনवायरमेंट ਵੱਲ ਜ਼ਿਆਦਾ ਧਿਆਨ ਦੇਣਾ ਹੈ, ਇਹਦੇ ਆਇਲ ਪ੍ਰਾਈਸ ਬਾਰੇ ਇਹਨਾਂ ਨੇ ਸੋਚਿਆ ਹੀ ਨਹੀਂ ਸੀ। ਹਾਂਜੀ, ਉਹ ਨੀਤੀਆਂ ਜਿਹੜੀਆਂ ਆ ਆਇਲ ਪ੍ਰਾਈਸਸ ਦੀ ਜ਼ਿਆਦਾ ਕੀਮਤ ਲਈ ਜ਼ਿੰਮੇਵਾਰ ਹੈ। ਹਾਂਜੀ, ਸੋ 52% ਲੋਕੀ ਧੂਆਂ ਧਾਰ ਪ੍ਰਾਪੇਗੈਂਡੇ ਦੇ ਬਾਵਜੂਦ ਵੀ 14% ਸਿਰਫ ਪੁਟਿਨ ਨੂੰ ਕਹਿ ਰਿਹਾ ਕਿ ਪੁਟਿਨ ਵੀ ਬਲੇਮ ਕਰ ਲੇ। ਤਾਂ ਇਹ ਵੀ ਮਾੜੀ ਖਬਰ ਹੈ ਨਾ। ਹਾਂਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ। ਵੈਸੇ ਵੀ ਮਿਸਟਰ ਬਾਈਡਨ ਦੇ ਲਈ ਕੋਈ ਚੰਗੀ ਖਬਰ ਕਦੇ ਹੁੰਦੀ ਨਹੀਂ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਨੇ ਇੱਕ ਅਹਿਮ ਸਟੇਟਮੈਂਟ ਦਿੱਤੀ ਆ। ਲੱਗਦਾ ਨਹੀਂ ਵੀ ਜਿਹੜੀ ਟਰਕੀ ਆ ਹੁਣ ਉਹ ਯੂਰਪੀਅਨ ਯੂਨੀਅਨ ਵਿੱਚ ਸ਼ਾਮਿਲ ਹੋਊਗੀ। ਉਹਨਾਂ ਨੇ ਸਿਗਨਲ ਤਾਂ ਕੁਝ ਇਹੋ ਜਿਹਾ ਹੀ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹਨਾਂ ਦਾ ਟਰਕੀ ਦੇ ਨਾਲ ਰਿਲੇਸ਼ਨ ਇਦਾਂ ਦਾ ਰਿਹਾ, ਪਹਿਲਾਂ ਵੀ ਯੂਰਪੀਅਨ ਯੂਨੀਅਨ ਨੇ ਉਹਨਾਂ ਨੂੰ ਮੈਂਬਰ ਇਸ ਕਰਕੇ ਨਹੀਂ ਬਣ ਦਿੱਤਾ ਕਿ ਉਹ ਇਸਲਾਮਿਕ ਮੁਲਕ ਹੈ। ਇਹਨਾਂ ਦੀ ਡੈਫੀਨੇਸ਼ਨ ਇਹ ਆ ਕਿ ਯੂਰਪੀਅਨ ਜਿਹੜੇ ਵਾਈਟ ਯੂਰਪੀਅਨ ਨੇ ਔਰ ਕ੍ਰਿਸਚੀਅਨਸ ਆ, ਪਰ ਇਹ ਨਾਰਮਲੀ ਕਹਿੰਦੇ ਨਹੀਂ, ਪਬਲਿਕਲੀ ਨਹੀਂ ਕਹਿੰਦੇ। ਵੈਸੇ ਰੀਜ਼ਨ ਉਹ ਟਰਕੀ ਵਾਲੇ ਸਮਝਦੇ ਕਿ ਸਾਨੂੰ ਇਸਲਾਮਿਕ ਕਰਕੇ ਸਾਨੂੰ ਇਹਨਾਂ ਨੇ ਯੂਰਪੀਅਨ ਯੂਨੀਅਨ ਦਾ ਮੈਂਬਰ ਨਹੀਂ ਬਣ ਦਿੱਤਾ। ਤੇ ਇਹਨਾਂ ਦੇ ਸਬੰਧ ਜ਼ਿਆਦਾ ਹੀ ਵਿਗੜੇ ਆ ਹੁਣ, ਖਾਸ ਤੌਰ ਤੇ ਜਿਸ ਦਿਨ ਦਾ ਪ੍ਰਾਈਮ ਮਿਨਿਸਟਰ ਐਰਡੋਗਨ ਹੈ ਉਹਦਾ ਨਾਮ, ਉਹਨਾਂ ਦਾ 2014 ਦੇ ਵਿੱਚ ਜਿੱਤੇ ਸੀ, ਉਸੇ ਸਾਲ ਜਦੋਂ ਨਰਿੰਦਰ ਮੋਦੀ ਹੁਣੀ ਪ੍ਰਾਈਮ ਮਿਨਿਸਟਰ ਬਣੇ। ਹਾਂਜੀ। ਤੇ ਉਸੇ ਵੇਲੇ ਉਹਨਾਂ ਨੇ ਬਾਗੀ ਸੁਰਾਂ ਅਪਣਾ ਲਈਆਂ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀ ਕਿ ਰਸ਼ੀਆ ਸਾਡਾ ਦੁਸ਼ਮਣ ਨਹੀਂ ਆ, ਅਸੀਂ ਗੁਆਂਢੀ ਮੁਲਕ ਹਾਂ, ਅਸੀਂ ਇੱਕ ਦੂਜੇ ਨਾਲ ਡੀਲ ਕਰਾਂਗੇ। ਫਿਰ ਉਹਨਾਂ ਨੇ ਕਾਰਡਿਸ਼ ਲੋਕਾਂ ਦੀ ਜਿਹੜੀ ਮਦਦ ਕਰਦੇ ਸੀ ਅਮਰੀਕਾ ਵਾਲੇ, ਇਹਨਾਂ ਨੇ ਕਿਹਾ ਕਿ ਸਾਡੇ ਖਿਲਾਫ ਹੈ, ਕਾਰਡਿਸ਼ ਲੋਕੀ ਤਾਂ ਸਾਡੇ ਕਰਡਿਸਤਾਨ ਬਣਾਉਣਾ ਚਾਹੁੰਦੇ ਆ। ਤਾਂ ਉਹਦੇ ਕਰਕੇ ਵੀ ਇਹਨਾਂ ਦੀ ਅਣਬਣ ਹੋ ਗਈ ਥੋੜ੍ਹੀ, ਖਾਸ ਤੌਰ ਤੇ ਯੂਰਪੀਅਨ ਮੁਲਕਾਂ ਦੇ ਵਿੱਚ, ਜਿੱਥੇ ਕਰਡਿਸ਼ ਵਰਕਰਜ਼ ਪਾਰਟੀ ਦੇ ਨੁਮਾਇੰਦਿਆਂ ਨੂੰ ਉਹਨਾਂ ਨੇ ਪਨਾਹ ਦਿੱਤੀ ਸੀ, ਜਿਨ੍ਹਾਂ ਦੇ ਵਿੱਚ ਫਿਨਲੈਂਡ ਤੇ ਸਵੀਡਨ ਵੀ ਸ਼ਾਮਲ ਹੈ। ਹਾਂਜੀ। ਤੇ ਹੁਣ ਤਾਂ ਹੀ ਉਹਨਾਂ ਨੇ ਰੌਲਾ ਪਾਇਆ ਸੀ ਕਿ ਨੇਟੋ 'ਚ ਵੜ ਨਹੀਂ ਸਕਦੇ,
ਜਿੰਨਾ ਚਿਰ ਕਰਡਿਸ਼ ਲੋਕ ਜਿਹੜੀ ਕਰਡਿਸ਼ ਵਰਕਰਸ ਪਾਰਟੀ ਆ ਉਹਦੇ ਨੁਮਾਇੰਦਿਆਂ ਨੂੰ ਟੈਰਰਿਸਟ ਨਹੀਂ ਕਹਿੰਦੇ। ਹਾਂਜੀ। ਅੱਛਾ, ਤੀਸਰੀ ਗੱਲ ਉਹਨਾਂ ਦੀ ਇਹ ਸੀ ਕਿ ਜਦੋਂ ਉਹਨਾਂ ਨੇ ਬਾਗੀ ਸੁਰਾਂ ਅਪਣਾਈਆਂ ਤੇ ਇਹ ਸਮਝਿਆ ਜਾਂਦਾ, ਬਸ ਅਮਰੀਕਾ ਨੇ ਕਦੇ ਪੁਸ਼ਟੀ ਤਾਂ ਨਹੀਂ ਕੀਤੀ ਕਿ 2014 'ਚ ਉਹ ਪਾਵਰ 'ਚ ਆਏ ਆ। 2016 ਦੇ ਵਿੱਚ ਮਿਲਟਰੀ ਦਾ ਇੱਕ ਕੂ ਕੀਤਾ ਇਹਨਾਂ ਨੇ, ਜਿਹੜੀ ਬਗਾਵਤ ਕਰਾਈ ਇਹਨਾਂ ਨੇ। ਮਿਲਟਰੀ ਨੇ ਕੋਸ਼ਿਸ਼ ਕੀਤੀ ਪਾਵਰ ਲੈਣ ਦੀ, ਪਰ ਉਹ ਅੱਜ ਤਾਈਂ ਇਹ ਸਮਝਿਆ ਜਾਂਦਾ ਕਿ ਅਮਰੀਕਾ ਵਾਲਿਆਂ ਨੇ ਕਰਾਇਆ ਸੀ। ਉਹਦੇ ਵਿੱਚ ਐਰਡੋਗਨ ਬਚ ਗਏ। ਵੈਸੇ ਉਹ ਉਸ ਦਿਨ ਆਪਣੀ ਰਾਜਧਾਨੀ ਦੇ ਵਿੱਚ ਨਹੀਂ ਸੀ ਤੇ ਜਿਹੜੇ ਕੂ ਕਰਨ ਵਾਲੇ ਜਨਰਲ ਸੀ ਉਹ ਸਾਰੇ ਫੜ ਲਏ ਉਹਨਾਂ ਨੇ। ਤੇ ਉਸ ਦਿਨ ਦੇ ਖਾਸ ਤੌਰ ਤੇ ਇਹਨਾਂ ਦੇ ਨਾਲ ਰਿਲੇਸ਼ਨ ਵਿਗੜੇ ਹੋਏ ਆ ਤੇ ਜ਼ਿਆਦਾ ਤੌਰ ਤੇ ਉਹ ਹੁਣ ਰਸ਼ੀਆ ਤੇ ਯੂਕਰੇਨ ਨੂੰ ਉਹਨਾਂ ਨੇ ਜਗ੍ਹਾ ਦਿੱਤੀ ਸੀ ਕਿ ਤੁਸੀਂ ਇੱਥੇ ਆ ਕੇ ਗੱਲ ਕਰੋ ਸਾਡੇ, ਜਿਹੜੀ ਕਿ ਇਹਨਾਂ ਨੂੰ ਚੁੱਭਦੀ ਆ, ਯੂਰਪੀਅਨ ਯੂਨੀਅਨ ਨੂੰ ਵੀ ਚੁੱਭਦੀ ਹੈ, ਅਮਰੀਕਾ ਨੂੰ ਖਾਸ ਤੌਰ ਤੇ ਚੁੱਭਦੀ ਹੈ। ਹਾਂਜੀ। ਹੁਣ ਉਹਨੂੰ ਇੰਨੀ ਛੇਤੀ ਕੱਢ ਵੀ ਨਹੀਂ ਸਕਦੇ। ਨੇਟੋ ਦੇ ਵਿੱਚੋਂ ਕਿੱਦਾਂ ਕੱਢਣਗੇ ਉਹਨਾਂ ਨੂੰ? ਹਾਂਜੀ। ਪਰ ਨੇਟੋ ਦੇ ਵਿੱਚ ਉਹਨਾਂ ਨੇ ਕਹਿੰਦੇ ਹੁੰਦੇ ਪਾਣੀ 'ਚ ਮਧਾਣੀ ਜ਼ਰੂਰ ਪਾਈ ਹੈ। ਹਾਂਜੀ। ਜਿਹੜੀ ਵੀ ਇਹ ਗੱਲ ਕਰਦੇ ਉਹ ਉਲਟ ਕਰਦੇ ਆ ਜੀ। ਤੇ ਹੁਣ ਇਹਨੇ ਸੰਕੇਤ ਇਹ ਯੂਰਪੀਅਨ ਯੂਨੀਅਨ ਦੀ ਲੀਡਰ ਨੇ ਦਿੱਤਾ ਕਿ ਮੈਨੂੰ ਨਹੀਂ ਲੱਗਦਾ ਕਿ ਟਰਕੀ ਕਦੇ ਵੀ ਸਾਡੇ ਸ਼ਾਮਲ ਹੋਊ। ਹਾਂਜੀ। ਇਹਦਾ ਸੰਕੇਤ ਮਤਲਬ ਬਿਲਕੁਲ ਹੀ ਨਾ ਕੀਤੀ ਉਹਨਾਂ ਨੇ ਕਿ ਮੈਂਬਰਸ਼ਿਪ ਦੀ ਆਸ ਨਾ ਰੱਖਿਓ। ਹਾਂਜੀ। ਜਿੱਦਾਂ ਦੀਆਂ ਤੁਸੀਂ ਗੱਲਾਂ ਕਰਦੇ। ਹਾਂਜੀ, ਬਿਲਕੁਲ। ਸੋ ਟਰਕੀ ਵਾਲਿਆਂ ਨੇ ਜੇ ਇਹ ਪੁਸ਼ ਕਰਦੇ ਰਹੇ ਉਹਨਾਂ ਨੇ ਰਸ਼ੀਆ ਦੇ ਜ਼ਿਆਦਾ ਕਲੋਜ਼ ਹੋ ਜਾਣਾ, ਦੂਜਿਆਂ ਨਾਲ ਯੂਰਪੀਅਨ ਯੂਨੀਅਨ ਤੋੜ ਲੈਣਗੇ ਨਾਤਾ ਆਪਣਾ। ਹਾਂਜੀ, ਬਿਲਕੁਲ। ਡਾਕਟਰ ਸਾਹਿਬ, ਰੁਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੂੰ ਵੈਸਟ ਅਤੇ ਚਾਈਨਾ ਵਿਚਕਾਰ ਜੰਗ ਭੜਕਾਉਣ ਵਾਲਾ ਕਿਹਾ ਗਿਆ ਤੇ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਉਹਨਾਂ ਨੂੰ ਤਾਂ ਇਸ ਕੰਮ ਲਈ ਪੇ ਵੀ ਕੀਤਾ ਜਾਣਾ ਚਾਹੀਦਾ। ਇੰਟਰਨੈਸ਼ਨਲ ਕਮਿਊਨਿਟੀ ਨੂੰ ਤਾਈਵਾਨ ਦੀ ਹੈਲਪ ਕਰਨੀ ਚਾਹੀਦੀ ਆ। ਤੇ ਇਹ ਜਿਹੜੀ ਸਾਰੀ ਖਬਰ ਆ ਇਹ ਹੈ ਕਿ ਪੂਰਾ ਮਾਮਲਾ ਕੀ ਹੈ, ਇਹਦੇ ਬਾਰੇ ਦੱਸੋ। ਦੇਖੋ, ਇੱਕ ਡਰ ਸ਼ਪੀਗਲ ਜਿਹੜਾ ਜਰਮਨ ਦਾ ਅਖਬਾਰ ਹੈ ਨਾ, ਉਹਦਾ ਇੰਗਲਿਸ਼ ਐਡੀਸ਼ਨ ਹੈ, ਉਹਦੇ 'ਚ ਕਿਸੇ ਨੇ ਕਾਲਮ ਲਿਖਿਆ ਸੀ। ਉਹ ਕਹਿੰਦਾ ਵੀ ਜੇ ਇਸ ਤਰ੍ਹਾਂ ਦੀਆਂ ਗੱਲਾਂ ਜ਼ੇਲੈਂਸਕੀ ਕਰ ਰਿਹਾ, ਜੇ ਤਾਂ ਉਹ ਕਮੇਡੀਅਨ ਤੌਰ ਤੇ ਕਰ ਰਿਹਾ ਫੇਰ ਤਾਂ ਸਮਝ ਆਉਂਦੀਆਂ, ਪਰ ਜੇ ਉਹ ਸਟੇਟਸਮੈਨ ਦੇ ਤੌਰ ਤੇ ਕਰ ਰਿਹਾ ਉਹ ਨਹੀਂ ਸਮਝ ਆਉਂਦੀਆਂ। ਉਹਨੇ ਯੂਰਪੀਅਨ ਯੂਨੀਅਨ ਦਾ ਕੋਈ ਮੁਲਕ ਨਹੀਂ ਛੱਡਿਆ ਜਿਹਨੂੰ ਨਹੀਂ ਨਿਖੇਧੀ ਕੀਤੀ। ਇੱਥੋਂ ਤੱਕ ਕਿ ਜਰਮਨੀ ਦੇ ਪ੍ਰੈਜ਼ੀਡੈਂਟ ਨੂੰ ਇਹ ਕਹਤਾ ਤੂੰ ਆਈ ਨਾ ਇੱਥੇ। ਇੱਕ ਸਟੇਟਸਮੈਨ ਨੂੰ ਇਹ ਕਹਿਣਾ ਗਲਤ ਗੱਲ ਹੈ। ਹਾਂਜੀ। ਚਲੋ, ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਸੈਂਕਸ਼ਨਜ਼ ਲਾਏ ਆ ਨਹੀਂ ਲਾਏ, ਕਿੰਨੇ ਕੁ ਲਾਏ ਆ, ਹਰ ਇੱਕ ਦੇਸ਼ ਨੇ ਆਪਣੇ ਆਪਣੀ ਦੇਖਣੀ ਹੈ। ਇਹ ਪਹਿਲਾ ਅਸੂਲ ਹੈ ਕਿ ਹਰ ਇੱਕ ਦੇਸ਼ ਜਿਹੜਾ ਉਹ ਆਪਣੇ ਇਕਨੋਮਿਕ ਇੰਟਰਸਟ ਦੇਖਦਾ, ਸਿਕਿਉਰਿਟੀ ਇੰਟਰਸਟ ਦੇਖਦਾ। ਇਹ ਇੱਕ ਦੂਜੇ ਨਾਲ ਜੁੜੇ ਹੋਏ ਨੇ। ਸਿਕਿਉਰਿਟੀ ਵੀ ਤੁਹਾਡੀ ਤਾਂ ਹੀ ਹੁੰਦੀ ਹੈ ਜੇ ਤੁਹਾਡੀ ਇਕਨੋਮੀ ਠੀਕ ਹੈ। ਤੁਹਾਡੀ ਇਕਨੋਮੀ ਠੀਕ ਤਾਂ ਹੀ ਹੁੰਦੀ ਜੇ ਤੁਹਾਡੀ ਸਿਕਿਉਰਿਟੀ ਠੀਕ ਹੈ। ਹੁਣ ਉਹਨਾਂ ਨੇ ਕਹਿ ਦਿੱਤਾ ਕਿ ਤਾਇਵਾਨ ਦੇ ਵਿੱਚ ਹੋ ਸਕਦਾ ਚੀਨ ਵਾਲੇ ਹਮਲਾ ਕਰਨ ਤੇ ਤਾਇਵਾਨ ਨੂੰ ਸਾਡੀ ਰੱਖਿਆ, ਸਾਨੂੰ ਉਹਦੀ ਵੈਸਟਰਨ ਕੰਟਰੀਜ਼ ਨੂੰ ਤਾਇਵਾਨ ਦੀ ਰੱਖਿਆ ਕਰਨੀ ਚਾਹੀਦੀ। ਹਾਂਜੀ। ਹੁਣ ਕੈਸੰਜਰ ਨੇ ਪਿੱਛੇ ਜਿਹਾ ਕਿਹਾ ਸੀ, ਇਹਨਾਂ ਦਾ ਫੋਰਨ ਮਿਨਿਸਟਰ ਜਿਹੜਾ ਪਹਿਲਾਂ ਸੀ, ਉਹਨਾਂ ਨੇ ਇਹ ਕਿਹਾ ਸੀ ਕਿ ਤੁਹਾਨੂੰ ਇਲਾਕਾ ਕੁਝ ਦੇ ਦੇਣਾ ਚਾਹੀਦਾ ਰਸ਼ੀਆ ਨੂੰ। ਔਰ ਕੈਸੰਜਰ ਨੇ ਇਹਨਾਂ ਦੀ ਇੱਕ ਹੋਰ ਕ੍ਰਿਟਿਸਿਜ਼ਮ ਕੀਤੀ ਯੂਐਸ ਦੀ, ਖਾਸ ਤੌਰ ਤੇ ਆਪਣੇ ਦੇਸ਼ ਦੀ। ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਫੋਰਨ ਮਿਨਿਸਟਰ ਸੀ, ਅਸੀਂ ਕੋਸ਼ਿਸ਼ ਕੀਤੀ ਕਿ ਚਾਈਨਾ ਨੂੰ ਤੇ ਸੋਵੀਅਤ ਯੂਨੀਅਨ ਨੂੰ ਪਾੜਿਆ ਜਾਵੇ, ਕਿਉਂਕਿ ਅਸੀਂ ਸਮਝਦੇ ਸੀ ਕਿ ਕਮਿਊਨਿਸਟ ਮੁਲਕ ਹੈ, ਇਕੱਠੇ ਆ। ਹਾਂਜੀ। ਕਹਿੰਦਾ ਅਸੀਂ ਪਾੜਨ 'ਚ ਕਾਮਯਾਬ ਹੋ ਗਏ ਤੇ ਹੁਣ ਜੋ ਬਾਈਡਨ ਨੇ ਕਹਿੰਦਾ ਏਦਾਂ ਇਕੱਠੇ ਕੀਤੇ ਆ ਜਿਹੜਾ ਉਹਨਾਂ ਦੇ ਆਸ ਨਹੀਂ ਸੀ ਲਾ ਸਕਦੇ। ਜ਼ੇਲੈਂਸਕੀ ਨੇ ਇਹ ਕਹਿ ਕੇ ਚਾਈਨਾ ਨੂੰ, ਹੁਣ ਕਦੇ ਚਾਈਨਾ ਵਾਲੇ ਪਹਿਲਾਂ ਨਿਊਟਰਲ ਰਹੇ ਉਹ, ਵੈਸੇ ਰੈਜ਼ੋਲੂਸ਼ਨ ਦੇ ਵਿੱਚ ਜਿਹੜਾ UN ਦੇ ਵਿੱਚ ਰੈਜ਼ੋਲੂਸ਼ਨ ਆਇਆ, ਉਹਨਾਂ ਨੇ ਕਿਹਾ ਵੀ ਨਾ ਅਸੀਂ ਯੂਕਰੇਨ ਨਾਲ ਲੈ ਤੇ ਨਾ ਰਸ਼ੀਆ ਨਾਲ। ਹਾਂਜੀ। ਇਹ ਕੋਈ ਮਾੜੀ ਗੱਲ ਨਹੀਂ ਹੈ। ਤੁਸੀਂ ਜ਼ੇਲੈਂਸਕੀ ਨੇ ਜੇ ਗੱਲ ਕਰਨੀ ਕਹਿ ਦੇਣ ਵੀ ਉਹਨਾਂ ਨੂੰ ਪਤਾ ਕਿ ਉਹ ਚੀਜ਼ਾਂ ਖਰੀਦੀ ਜਾਂਦੇ ਨੇ, ਉਹ ਸੈਂਕਸ਼ਨ ਨਹੀਂ ਲਾਉਂਦੇ, ਪਰ ਫਿਰ ਵੀ ਸਟੇਟਸਮੈਨ ਨੂੰ ਇਹ ਕਹਿਣ ਦੀ ਲੋੜ ਹੁੰਦੀ ਹੈ ਕਿ ਠੀਕ ਹੈ ਤੁਹਾਡਾ ਨਿਊਟਰਲ ਸਟੈਂਡ ਹੈ, ਠੀਕ ਹੈ ਤੁਹਾਡਾ ਸਟੈਂਡ। ਤੁਸੀਂ ਕਿਸੇ ਨੂੰ ਕਹਿੰਦੇ ਹੁੰਦੇ ਆ ਪੁਸ਼ ਟੂ ਦਾ ਵਾਲ, ਏਦਾਂ ਪਿੱਛੇ ਕੰਧ ਨਾਲ ਨਾ ਲਾ ਦਿਓ ਕਿ ਉਹ ਬੰਦਾ ਫਿਰ ਮੁੜ ਕੇ ਕਹੇ
ਇੱਕ ਪਿਊਟਨ ਨੇ ਕਿਤਾਬ ਲਿਖੀ ਆਟੋਬਾਇਓਗ੍ਰਾਫੀ ਆਪਣੀ, ਉਹਦੇ ਵਿੱਚ ਲਿਖਦੇ ਕਿ ਛੋਟੇ ਹੁੰਦੇ ਲੈਨਨਗਰਾਡ ਦੇ ਵਿੱਚ ਜੰਮੇ ਪੜੇ ਆ, ਤੇ ਲੈਨਨਗਰਾਡ ਦੇ ਵਿੱਚ ਖਾਸ ਤੌਰ ਤੇ ਵਰਲਡ ਵਾਰ 2 ਤੋਂ ਬਾਅਦ ਨਾ ਪੁਰਾਣੀਆਂ ਬਿਲਡਿੰਗਸ ਉਹਦੀਆਂ ਉਹਨਾਂ ਨੇ ਢਹਿ ਗਈਆਂ, ਕਿਉਂਕਿ ਬੰਬਬਾਰੀ ਜ਼ਿਆਦਾ ਹੋਈ ਉੱਥੇ ਲੈਨਨਗਰਾਡ ਦੀ। ਤੇ ਉਹ ਕਹਿੰਦੇ ਕਿ ਸਾਡੇ ਜਿਹੜਾ ਅਪਾਰਟਮੈਂਟ ਬਿਲਡਿੰਗ ਸੀ ਉੱਥੇ ਚੂਹੇ ਬਹੁਤ ਸੀ। ਕਹਿੰਦੇ ਕਿ ਇੱਕ ਵਾਰ ਮੈਂ ਲੈ ਕੇ ਕੁਛ ਛਿਟੀ ਤੇ ਚੂਹੇ ਦੇ ਪਿੱਛੇ ਪੈ ਗਿਆ। ਕਹਿੰਦਾ ਚੂਹਾ ਮੋਹਰੇ ਤਾਂ ਮੈਂ ਪਿੱਛੇ ਤੇ ਚੂਹਾ ਕੋਰੀਡੋਰ ਦੇ ਐਂਡ ਤੇ ਜਾ ਕੇ ਕਹਿੰਦਾ ਚੂਹਾ ਏਦਾਂ ਕੰਧ ਦੇ ਨਾਲ ਏਦਾਂ ਖੜ ਗਿਆ, ਤਾਂ ਨੂੰ ਲੱਤਾਂ ਚੱਕ ਲਈਆਂ ਉਹਨੇ। ਕਹਿੰਦਾ ਉਹ ਮੇਰੇ ਮਗਰ, ਮੇਰੇ ਉਦੋਂ ਬੱਚੇ ਹੁੰਦੇ ਸੀ, ਕਹਿੰਦਾ ਉਹ ਚੂਹਾ ਮੇਰੇ ਮਗਰ ਤਾਂ ਮੈਂ ਕਹਿੰਦਾ ਮੋਹਰੇ ਕਹਿੰਦਾ ਮੈਂ ਬਾਹਰ ਜਾ ਕੇ ਬਚਿਆ। ਸੋ ਉਹਦਾ ਮਤਲਬ ਸੀ ਕਿ ਕਿਸੇ ਨੂੰ ਕੰਧ ਨਾਲ ਨਾ ਲਾਓ, ਕਿਉਂਕਿ ਉਸ ਬੰਦੇ ਦਾ ਰਿਐਕਸ਼ਨ ਬਹੁਤ ਮਾੜਾ ਹੋਣਾ। ਹਾਂਜੀ, ਤੁਸੀਂ ਹੁਣ ਜੇ ਚਾਈਨਾ ਨੂੰ ਇਹਦਾ ਪੁਸ਼ ਕਰ ਰਹੇ ਆ ਵੀ ਰਸ਼ੀਆ ਦੇ ਨਾਲ ਚਲੇ ਜਾਵੇ, ਉਹਨਾਂ ਨੇ ਚਲੇ ਹੀ ਜਾਣਾ ਫਿਰ। ਹਾਂਜੀ, ਜੇ ਉਹਨਾਂ ਨੂੰ ਦਫਾੜ ਕਰਨਾ, ਉਹਨਾਂ ਨੂੰ ਇੱਕ ਦੂਜੇ ਤੋਂ ਪਰੇ ਕਰਨਾ, ਤੇ ਚਾਈਨਾ ਦੇ ਨਾਲ ਇਸ ਵੇਲੇ ਤੁਹਾਨੂੰ ਦੋਸਤੀ ਦਾ ਹੱਥ ਅੱਗੇ ਕਰਨਾ ਚਾਹੀਦਾ। ਹਾਂਜੀ, ਤੇ ਜ਼ੈਲੈਂਸਕੀ ਕੀ ਇਹ ਕਮੇਡੀਅਨ ਦੇ ਤੌਰ ਤੇ ਗੱਲਾਂ ਕਰ ਰਹੇ ਆ ਕਿ ਸਟੇਟਸਮੈਨ ਦੇ ਤੌਰ ਤੇ ਗੱਲਾਂ ਕਰ ਰਹੇ ਆ? ਉਹਨਾਂ ਦੀ ਗੱਲ ਠੀਕ ਹੀ ਆ ਕਿ ਸਮਝ ਨਹੀਂ ਆ ਰਹੀ ਹੈ ਜੀ। ਉਹਨਾਂ ਨੇ ਤਾਂ ਡਾਕਟਰ ਸਾਹਿਬ ਜ਼ੈਲੈਂਸਕੀ ਨੂੰ ਇੱਥੋਂ ਤੱਕ ਕਹਿਤਾ ਕਿ ਪਰਫੈਕਟ ਯੂਜ਼ਫੁਲ ਇਡੀਅਟ ਆ ਵਾਸ਼ਿੰਗਟਨ ਦੇ ਲਈ। ਉਹਨਾਂ ਨੇ ਟਰਮ ਯੂਜ਼ ਕੀਤੀ ਆ ਆਪਣੇ ਐਡੀਟੋਰੀਅਲ ਦੇ ਵਿੱਚ ਜੀ। ਉਹਨਾਂ ਨੂੰ ਇਹਨਾਂ ਦੀ ਮਜ਼ਾਕ ਬਹੁਤ ਉਡਾਉਂਦੇ ਆ ਯੂਰਪੀਅਨ ਤੱਕ ਖਾਸ ਤੌਰ ਤੇ। ਹਾਂਜੀ, ਉਹ ਕਹਿੰਦੇ ਕਿ ਜ਼ੈਲੈਂਸਕੀ ਉਹ ਗੱਲਾਂ ਕਰਦੇ ਆ ਜਿਹੜੀਆਂ ਕਦੇ ਨਹੀਂ ਬੰਦਾ ਕਰ ਸਕਦਾ, ਕੋਈ ਪੋਲੀਟੀਸ਼ੀਅਨ ਨਹੀਂ ਕਰਦਾ ਇਹ। ਹਾਂਜੀ, ਤੇ ਉਹ ਹੈਡ ਆਫ ਦੀ ਸਟੇਟ ਹੋ ਕੇ ਕਰ ਰਿਹਾ ਜੀ, ਤੇ ਉਹਦੇ ਨਾਲ ਉਹਨਾਂ ਨੂੰ ਹੀ ਘਾਟਾ ਪੈਣਾ ਵੈਸੇ। ਹਾਂਜੀ, ਬਿਲਕੁਲ। ਡਾਕਟਰ ਸਾਹਿਬ ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਇਹ ਕਿਹਾ ਜਾ ਰਿਹਾ, ਇੱਕ ਨਿਊਜ਼ ਆਈ ਹੈ ਕਿ ਜਿਹੜਾ ਵੈਸਟ ਹੈਗਾ ਇਹ ਰਸ਼ੀਆ ਨੂੰ ਜਿਹੜਾ ਕੰਪਲੀਟਲੀ ਨਹੀਂ ਚਾਹੁੰਦਾ ਹੈਗਾ ਵੀ ਉਹ ਡਿਫੀਟ ਆਪਣੀ ਮੰਨੇ ਜਾਂ ਹਾਰ ਜਵੇ ਉਹ, ਤੇ ਰਸ਼ੀਆ ਨੂੰ ਉਹ ਨੈਗੋਸੀਏਸ਼ਨ ਦੇ ਲਈ ਮਜਬੂਰ ਕਰਨਾ ਚਾਹੁੰਦਾ ਕਿ ਕਿਸੇ ਤਰੀਕੇ ਦੇ ਨਾਲ ਗੱਲਬਾਤ ਦੇ ਲਈ ਉਹ ਸਹਿਮਤ ਹੋ ਜਵੇ। ਰਸ਼ੀਆ ਦੇ ਰਾਸ਼ਟਰਪਤੀ ਦੇ ਐਡਵਾਈਜ਼ਰ ਨੇ ਕਿਹਾ ਆ ਕਿ ਯੁੱਧ ਰੋਕਣ ਦੇ ਲਈ ਉਹ ਚਾਹੁੰਦੇ ਨਹੀਂ ਹੈਗੇ ਕਿ ਪੂਰੀ ਤਰ੍ਹਾਂ ਬੰਦ ਹੋਵੇ। ਦੇਖੋ, ਇਹਨਾਂ ਦੇ ਹਿੱਤ ਦੇ ਵਿੱਚ ਤਾਂ ਇਹੀ ਹੈ। ਇਹ ਕਹਿੰਦੇ ਆ, ਸ਼ਰੇਆਮ ਕਹਿੰਦੇ ਆ ਕਿ ਲੜਾਈ ਇਦਾਂ ਹੀ ਚੱਲਣੀ ਚਾਹੀਦੀ ਹੈ ਕਿਉਂਕਿ ਇਹਨਾਂ ਰਸ਼ੀਆ ਕਮਜ਼ੋਰ ਹੋਣਾ। ਹਾਂਜੀ, ਦੂਜੇ ਪਾਸੇ ਡੋਨਲਡ ਟਰੰਪ ਹੁਣੀ ਕਹਿ ਕੇ ਹੜੇ, ਕਹਿੰਦੇ ਤੀਜੀ ਦੁਨੀਆ ਦੀ ਲੜਾਈ ਲੱਗ ਜਾਣੀ। ਹਾਂਜੀ ਹਾਂਜੀ, ਜੇ ਅਸੀਂ ਇਸੇ ਤਰ੍ਹਾਂ ਯੂਕਰੇਨ ਨੂੰ ਆਰਮ ਕਰਦੇ ਰਹੇ ਤਾਂ ਤੀਸਰੀ ਦੁਨੀਆ ਦੀ ਲੜਾਈ ਲੱਗਣ ਦਾ ਖਤਰਾ ਹੈ। ਹਾਂਜੀ, ਅੱਛਾ, ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਲੀਡਰਸ ਵੀ ਇਹੀ ਸੋਚਦੇ ਆ ਕਿ ਲੜਾਈ ਜਿਹੜੀ ਏਦਾਂ ਲੱਗੀ ਵੈਸੇ ਵੀ ਉਹਨਾਂ ਦੇ ਹਿੱਤ ਦੇ ਵਿੱਚ ਨਹੀਂ ਹੈ ਕਿਉਂਕਿ ਉਹਨਾਂ ਨੂੰ ਆਇਲ ਤੇ ਗੈਸ ਨਹੀਂ ਆ ਰਿਹਾ। ਹਾਂਜੀ, ਅੱਛਾ, ਦੂਸਰਾ ਉਹਨਾਂ ਨੂੰ ਲੱਗਦਾ ਕਿ ਜੇ ਵਰਲਡ ਵਾਰ ਲੱਗੀ ਤਾਂ ਅਸੀਂ ਪਹਿਲੇ ਬੰਦੇ ਬੈਠੇ ਹਾਂ ਇੱਥੇ ਨੈਕਸਟ ਡੋਰ। ਹਾਂਜੀ, ਤੇ ਉਹਦਾ ਕਰਕੇ ਉਹ ਇਹ ਨਹੀਂ ਚਾਹੁੰਦੇ। ਉਹ ਕਹਿੰਦੇ ਕਿ ਲੜਾਈ ਜਿਹੜੀ ਖਤਮ ਹੋ ਜਾਵੇ ਤੇ ਜ਼ਰੂਰੀ ਨਹੀਂ ਕਿ ਰਸ਼ੀਆ ਹਟੇ, ਹਾਂ ਕਮਜ਼ੋਰ ਹੋ ਜਾਏਗਾ, ਠੀਕ ਹੈ ਗੱਲ। ਹਾਂਜੀ, ਪਰ ਇਸ ਵੇਲੇ ਉਹ ਉਹਨਾਂ ਦੇ ਹਿੱਤ ਦੇ ਵਿੱਚ ਵੀ ਇਹੀ ਆ। ਉੱਪਰੋਂ ਤਾਂ ਜ਼ਰੂਰ ਕਹਿੰਦੇ ਆ ਕਿ ਅਸੀਂ ਸੈਂਕਸ਼ਨ ਲਾ ਦੇਣੇ ਆ, ਅਸੀਂ ਯੂਕਰੇਨ ਦੇ ਨਾਲ ਆ, ਪਰ ਅੰਦਰੋਂ ਹੁਣ ਸਾਰੇ ਲੀਡਰ ਤਕਰੀਬਨ ਉਹਨਾਂ ਨੂੰ ਕਹਿਣ ਡਏ ਆ ਕਿ ਤੁਸੀਂ ਜੇ ਲੜਾਈ ਬੰਦ ਕਰਨੀ ਤਾਂ ਆਪਣਾ ਕੁਝ ਇਲਾਕਾ ਰਸ਼ੀਆ ਨੂੰ ਦੇ ਦਿਓ। ਹਾਂਜੀ, ਡਾਕਟਰ ਸਾਹਿਬ ਗੱਲਬਾਤ ਕਰਦੇ ਆ ਜੀ UAE ਦੀ। ਕਣਕ ਦੀ ਮੰਗ ਦੇ ਦਰਮਿਆਨ ਉਹਨਾਂ ਨੇ ਇੱਕ ਅਹਿਮ ਫੈਸਲਾ ਲਿਆ। ਭਾਰਤੀ ਕਣਕ ਦੇ ਐਕਸਪੋਰਟ ਤੇ ਰੀ ਐਕਸਪੋਰਟ ਤੇ ਉਹਨਾਂ ਨੇ ਰੋਕ ਲਗਾਈ ਆ। ਇਹ ਪੂਰੀ ਖਬਰ ਬਾਰੇ ਆਪਣੇ ਸਰੋਤਿਆਂ ਨੂੰ ਦੱਸੋ। ਦੇਖੋ, ਜਿਹੜੀ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਅੱਜ ਕੱਲ ਜਿਹੜੀਆਂ ਵੀ ਆਈਟਮਸ ਐਕਸਪੋਰਟ ਕਰਦੇ ਆ, ਇੰਪੋਰਟ ਕਰਦੇ ਆ, ਉਹ ਨਾ ਤਾਂ ਸਿੱਧੇ ਜਿਹੜੇ ਪੈਦਾ ਕਰਦੇ ਉਹ ਕਰਦੇ ਆ ਤੇ ਨਾ ਰੀਟੇਲ ਕਰਨ ਵਾਲੇ ਕਰਦੇ ਆ। ਹੁਣ ਬ੍ਰੋਕਰ ਫਰਮਸ ਬਣੀਆਂ ਆ ਜਿਨ੍ਹਾਂ ਦੇ ਕੋਲ ਕੁਝ ਨਹੀਂ, ਉਹਨਾਂ ਦੇ ਕੋਲ ਇੱਕ ਦਫ਼ਤਰ ਹੈ ਤਾਂ ਫੋਨਸ ਲਾਏ ਆ ਉਹਨਾਂ ਨੇ। ਅੱਜ ਕੱਲ ਤਾਂ ਕਮਿਊਨੀਕੇਸ਼ਨ ਇੰਟਰਨੈਟ ਰਾਹੀਂ ਹੁੰਦੀ। ਉਹ ਕੰਪਨੀਆਂ ਬਹੁਤ ਜ਼ਿਆਦਾ UAE ਦੇ ਵਿੱਚ, ਦੁਬਈ ਜਿਹਨੂੰ ਅਸੀਂ ਕਹਿੰਦੇ, ਦੁਬਈ ਦੇ ਵਿੱਚ। ਹਾਂਜੀ, ਤੇ ਦੁਬਈ ਦੇ ਵਿੱਚ ਇੱਕ ਸੋਰਸ ਹੈਗਾ ਇੰਡੀਆ ਤੋਂ ਕਣਕ ਲਿਆਉਣ ਦਾ। ਇੰਡੀਆ ਵਾਲੇ ਐਕਸਪੋਰਟ ਕਰਦੇ ਨਾ ਕੰਮ। ਹਾਂਜੀ, ਤੇ ਹੁਣ ਉਹਨਾਂ ਨੇ ਪਾਬੰਦੀ ਤਾਂ ਲਾਈ ਆ ਕਿ ਉਹ ਕਹਿੰਦੇ ਕਿ ਦੁਨੀਆ ਭਰ ਨੂੰ ਖਤਰਾ ਪਿਆ ਆ ਹੁਣ ਕਿ ਸਭ ਤੋਂ ਵੱਧ ਕ੍ਰਾਈਸਿਸ ਆਉਣ ਵਾਲਾ, ਸੰਕਟ ਆਉਣ ਵਾਲਾ, ਜਿਹਦੇ ਵਿੱਚ ਅੰਨ ਪਾਣੀ ਜਿਹੜਾ ਘਟ ਰਿਹਾ
क्योंकि जंग लगी है, ना तो यूक्रेन की कणक उत्थे आ रही है, ना रशिया तो आ रही है। इस करके जिहड़े इंडिया तो मंगाउने आ तुसीं उत्ते तां बिल्कुल ही उन्होंने पाबंदी लाती ना, इनू एक्सपोर्ट नहीं किया जा सकदा, ना ही इनू किसी होर तरीके दे नाल होर कंपनियां नूं दिता जा सकदा। सो ये ਜਿਹੜੀਆਂ ਉਹ ਕੰਪਨੀਆਂ भी फस गई ना, ਜਿਹੜੀ बहुत सारिया कंपनियां उत्थे UAE ਦੇ ਵਿੱਚ इस करके नहीं लियाउंदियां कि UAE ਨੂੰ ਚਾਹੀਦੀ ਹੁੰਦੀ है, ਉਹ ਇੱਥੇ ਲਿਆਉਂਦੀਆਂ कि ਗਾਹਾਂ एक्सपोर्ट करांगे, ਹਾਂਜੀ इस करके ਲਿਆਉਂਦੀਆਂ। ਉਹਨਾਂ ਨੇ ਤਾਂ ਕੰਪਨੀਆਂ ਬਣਾਈਆਂ ਆ ਉੱਥੇ ਮਾਰਕੀਟ ਦੇ ਵਿੱਚ ਲਿਆਉਂਦੇ ਆ, ਉਹਨਾਂ ਦੇ ਟੈਰਿਫਸ ਬਹੁਤ ਘੱਟ ਆ UAE ਦੇ, ਇਸੇ ਕਰਕੇ ਉਹ ਮੇਜਰ ਬੰਦਰਗਾਹ ਬਣੀ ਹੈ। ਸੋ ਹੁਣ ਅੱਜ ਕੱਲ ਜਿਹੜੀ ਮੇਨ ਇਸ਼ੂ ਬਣੀ ਹੈ, ਚਾਹੇ ਆਇਲ ਤੇ ਪ੍ਰਾਈਸਿਸ ਦੀ ਅਸੀਂ ਗੱਲ ਕਰਦੇ ਰਹਿੰਦੇ ਹਾਂ, ਪਰ ਹੁਣ ਗਰੋਸਰੀ ਆਈਟਮਸ, ਅੰਨ ਪਾਣੀ ਦੀ ਗੱਲ ਜ਼ਿਆਦਾ ਫੂਡ ਆਈਟਮਸ ਜ਼ਿਆਦਾ। ਪਹਿਲਾਂ ਜਿੱਦਾਂ ਅੱਜ ਤੋਂ 10 ਸਾਲ ਪਹਿਲਾਂ ਇਹ ਵੀ ਵਾਰਨਿੰਗ ਦਿੰਦੇ ਹੁੰਦੇ ਸੀ UN ਵਾਲੇ ਕਿ ਅਗਲਾ ਸੰਕਟ ਜਿਹੜਾ ਆ ਪਾਣੀ ਦਾ ਆਉਣ ਵਾਲਾ। ਹਾਂਜੀ, ਪਾਣੀ ਦਾ ਸੰਕਟ ਤਾਂ ਹੈ ਹੀ ਇੱਥੇ, ਹੁਣ ਉਹਦੇ ਨਾਲ ਅੰਨ ਦਾ ਸੰਕਟ ਵੀ ਆ ਗਿਆ। ਹਾਂਜੀ, ਸੋ ਅੰਨ ਦਾ ਸੰਕਟ ਕਮ ਸੇ ਕਮ ਉਹ ਆਪਣੇ ਦੇਸ਼ ਦੇ ਵਿੱਚ ਖਤਮ ਕਰਨ ਲਈ ਉਹਨਾਂ ਨੇ ਇਹ ਕਹਿਤਾ ਕਿ ਜਿਹੜੀ ਕਣਕ ਮੰਗਾਉਣੇ ਆ ਇੱਥੇ ਉਹ ਅਸੀਂ ਭੇਜਣ ਨਹੀਂ ਦੇਣੀ ਕਿਤੇ, ਐਕਸਪੋਰਟ ਨਹੀਂ ਕਰਨ ਦੇਣੀ। ਇਹ ਉਹਨਾਂ ਦੇ ਨੈਸ਼ਨਲ ਹਿੱਤ ਦੀ ਗੱਲ ਹੈ। ਹਾਂਜੀ ਡਾਕਟਰ ਸਾਹਿਬ, ਰੁਕ ਕਰਦੇ ਹਾਂ ਜੀ ਹੁਣ ਅਗਲੀ ਖਬਰ ਵੱਲ। ਚੀਨੀ ਰਾਸ਼ਟਰਪਤੀ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਆ, ਉਸ ਗੱਲਬਾਤ ਬਾਰੇ ਸਾਨੂੰ ਦੱਸੋ। ਦੇਖੋ, ਇੱਕ ਤਾਂ ਸੰਦਰਭ ਇਹਦਾ ਇਹ ਆ ਕਿ ਪਿੱਛੇ ਜਾਏ ਅਸੀਂ ਗੱਲ ਪਹਿਲਾਂ ਕੀਤੀ ਸੀ ਕਿ ਵਾਰ ਦੇ ਵਿੱਚ ਸਭ ਤੋਂ ਪਹਿਲੀ ਕੈਜੁਅਲਟੀ ਹੁੰਦੀ ਆ ਸੱਚ। ਹਾਂਜੀ, ਇਹ ਤਰ੍ਹਾਂ ਤਰ੍ਹਾਂ ਦੀਆਂ ਪਾਲਿਸੀਜ਼ ਬਣਾਉਂਦੇ ਨੇ ਅਮਰੀਕਾ ਦੇ ਵਿੱਚ, ਵੈਸਟਰਨ ਯੂਰਪ ਦੇ ਵਿੱਚ, ਤੇ ਮੈਂ ਦੇਖਿਆ ਕਿ ਇੰਡੀਆ ਦੇ ਜਿਹੜੇ ਇੰਗਲਿਸ਼ ਪੇਪਰ ਹੈ ਉਹਨਾਂ ਦੇ ਵਿੱਚ ਤਕਰੀਬਨ ਇਹੀ ਖਬਰਾਂ ਹੁੰਦੀਆਂ ਜਿਹੜੀਆਂ ਇਹਨਾਂ ਨੇ ਦਿੱਤੀਆਂ ਹੈ। ਉਹ ਬਾਅਦ ਦੇ ਵਿੱਚ ਤੁਸੀਂ ਪੜ੍ਹਦੇ ਆ ਐਸੋਸੀਏਟਡ ਪ੍ਰੈਸ ਨੇ ਦਿੱਤੀ ਆ, UPI ਨੇ ਦਿੱਤੀ ਹੈ, ਤੇ ਉਹਦੇ ਨਾਲ ਪ੍ਰੋਪੇਗੈਂਡਾ ਕਰਦੇ ਸੀ ਕਿ ਚੀਨ ਤੇ ਰਸ਼ੀਆ ਦੇ ਵਿੱਚ ਟਸਲ ਚੱਲਦੀ ਹੈ, ਕਿ ਚੀਨ ਹੁਣ ਰਸ਼ੀਆ ਦੇ ਪਿੱਠ ਤੇ ਅੱਗੇ ਵਾਂਗੂ ਨਹੀਂ ਸੀ ਖੜਾ। ਕਾਫੀ ਖਬਰਾਂ ਆਈਆਂ ਇਹਨਾਂ ਦੀਆਂ ਦੋਹਾਂ ਦੇਸ਼ਾਂ ਦੀਆਂ। ਤੇ ਉਸ ਤੋਂ ਬਾਅਦ ਉਹਨਾਂ ਨੇ ਦਿਖਾਲਣ ਲਈ ਮੇਰਾ ਖਿਆਲ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਤਾਂ ਚੀਨ ਦੇ ਪ੍ਰੈਜ਼ੀਡੈਂਟ ਨੇ ਫੋਨ ਤੇ ਗੱਲ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਰਿਲੀਜ਼ ਕੀਤੀ ਇਹ ਦੱਸਣ ਲਈ ਕਿ ਸਾਡੇ ਰਿਲੇਸ਼ਨ ਹਜੇ ਵੀ ਠੀਕ ਹੈ। ਹਾਂਜੀ, ਬਾਕੀ ਜਿਹੜੀ ਜਦੋਂ ਬਾਈਡਨ ਹੁਣੀ ਗੱਲ ਕਰਦੇ ਕਿ ਅਸੀਂ ਫੌਜਾਂ ਭੇਜ ਦੇਵਾਂਗੇ, ਜ਼ੈਲੈਂਸਕੀ ਹੁਣੀ ਗੱਲ ਕਰਦੇ ਕਿ ਤਾਇਵਾਨ ਨੂੰ ਬਚਾਉਣਾ ਹੈ, ਉਹਨਾਂ ਚੀਨ ਵਾਲੇ ਹੋਰ ਨੇੜੇ ਹੋ ਜਾਂਦੇ ਉਹਨਾਂ ਦੇ। ਹਾਂਜੀ, ਚੀਨ ਤੇ ਰਸ਼ੀਆ ਦੇ ਸਬੰਧ 1949 ਦੇ ਵਿੱਚ ਜਦੋਂ ਚੀਨ ਦੇ ਵਿੱਚ ਰੈਵੋਲੂਸ਼ਨ ਆਇਆ ਉਸ ਤੋਂ ਬਾਅਦ ਪਹਿਲਾਂ ਬਹੁਤ ਵਧੀਆ ਰਿਲੇਸ਼ਨ ਸੀ, ਪਰ ਹੌਲੀ ਹੌਲੀ ਉਹਨਾਂ ਦੇ ਰਿਲੇਸ਼ਨ ਜਿਹੜੇ ਖਰੁਸ਼ਚੋਵ ਜਦੋਂ ਲੀਡਰ ਬਣਿਆ ਉਹਦੇ ਨਾਲ ਘਟ ਗਏ। ਫਿਰ ਇੰਨੇ ਘਟੇ ਕਿ 1971 ਦੇ ਵਿੱਚ ਜਦੋਂ ਨਿਕਸਨ ਨੇ ਵਿਜ਼ਿਟ ਕੀਤੀ ਉਹਨਾਂ ਨੂੰ 1972 ਦੇ ਵਿੱਚ, ਤੇ ਫਿਰ ਚੀਨ ਵਾਲੇ ਤਕਰੀਬਨ ਰਸ਼ੀਆ ਦੇ ਦੁਸ਼ਮਣ ਬਣ ਗਏ। ਹੁਣ ਚੀਨ ਨੂੰ ਪਤਾ ਲੱਗਾ ਪਿਛਲੇ ਕੁਝ ਸਾਲਾਂ ਦੇ ਵਿੱਚੋਂ ਕਿ ਜਿਹੜੇ ਵੈਸਟਰਨ ਕੰਟਰੀਜ਼ ਔਰ ਅਮਰੀਕਾ ਵਾਲੇ ਆ ਉਹਨਾਂ ਦਾ ਮੁੱਖ ਨਿਸ਼ਾਨਾ ਚੀਨ ਤੇ ਸਾਧਿਆ ਹੈ। ਤੁਸੀਂ ਦੇਖ ਲਓ ਅਮਰੀਕਾ ਦੇ ਵਿੱਚ ਜਿਹੜਾ ਵੀ ਪ੍ਰਧਾਨ ਬਣਦਾ ਉਹ ਹਮੇਸ਼ਾ ਪਹਿਲਾਂ ਇਹ ਗੱਲ ਕਹਿੰਦਾ ਕਿ ਚੀਨ ਸਾਡਾ ਦੁਸ਼ਮਣ ਹੈ, ਚੀਨ ਨੂੰ ਕੰਟੇਨ ਕਰਨਾ। ਅਸੀਂ ਚੀਨ ਨੂੰ ਕੰਟੇਨ ਕਰਨ ਲਈ ਉਹਨਾਂ ਨੇ ਕੁਆਡ ਨੇਸ਼ਨਸ ਬਣਾਈਆਂ, ਅਮਰੀਕਾ, ਇੰਡੀਆ, ਜਾਪਾਨ ਤੇ ਆਸਟ੍ਰੇਲੀਆ। ਚੀਨ ਨੂੰ ਇਸ ਗੱਲ ਦਾ ਪਤਾ ਹੈ ਤੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਹੈ ਪਾਕਿਸਤਾਨ ਨੂੰ ਆਪਣੇ ਨਾਲ ਲਾਉਣ ਦੀ, ਤੇ ਉਹ ਤੇ ਇਮਰਾਨ ਖਾਨ ਨਾਲ ਗੱਲ ਪੂਰੀ ਹੋਈ ਨਹੀਂ ਕਿਉਂਕਿ ਅਮਰੀਕਾ ਵਾਲੇ ਮੁੜ ਕੇ ਫੇਰ ਜਿੱਤ ਗਏ ਉੱਥੇ। ਹਾਂਜੀ, ਤੇ ਦੂਸਰੀ ਗੱਲ ਉਹਨਾਂ ਨੇ ਦੇਖ ਲਿਆ ਕਿ ਇੱਕ ਸੈਂਟਰਲ ਏਸ਼ੀਅਨ ਰਿਪਬਲਿਕਸ ਜਿੰਨੀਆਂ ਵੀ ਆ ਉੱਥੇ, ਤਾਜਿਕਿਸਤਾਨ, ਕਾਜ਼ਾਕਿਸਤਾਨ, ਤੁਰਕਮਨਿਸਤਾਨ, ਇਹਨਾਂ ਦੇ ਵਿੱਚ ਆਇਲ ਤੇ ਗੈਸ ਲੋੜੇ ਦਾ ਹੈ। ਉਹਦੇ ਵਿੱਚ ਕਿਉਂਕਿ ਅਫਗਾਨਿਸਤਾਨ ਦੇ ਵਿੱਚ ਰੌਲਾ ਰੱਪਾ ਪੈਂਦਾ ਰਿਹਾ ਤੇ ਉੱਥੋਂ ਪਾਈਪਲਾਈਨ ਲਿਆ ਨਹੀਂ ਸਕਦੇ ਥੱਲੇ। ਪਹਿਲਾਂ ਤਾਂ ਇੰਟਰਨੈਸ਼ਨਲੀ ਇਹ ਸੋਚਦੇ ਸੀ ਅਮਰੀਕਨ ਕੰਪਨੀਆਂ ਖਾਸ ਤੌਰ ਤੇ ਕਿ ਸੈਂਟਰਲ ਏਸ਼ੀਆ ਤੋਂ ਪਾਈਪਲਾਈਨ ਸਾਰੀਆਂ ਅਫਗਾਨਿਸਤਾਨ ਤਾਂ ਨਹੀਂ, ਫਿਰ ਪਾਕਿਸਤਾਨ ਰਾਹੀਂ ਇੰਟਰਨੈਸ਼ਨਲ ਮਾਰਕੀਟ ਨੂੰ ਡਿਲੀਵਰ ਕੀਤੀ ਜਾਊਗੀ। ਪਰ ਉਹ ਪਾਕਿਸਤਾਨ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਵਾਲਿਆਂ ਨੇ ਪੰਗਾ ਪਾਤਾ, ਉਹ ਉੱਥੋਂ ਪਾਈਪਲਾਈਨ ਇਹਨਾਂ ਦੀ ਬਣ ਨਹੀਂ ਦਿੰਦੇ।
ਪਹਿਲਾਂ ਉਦੋਂ ਮੁਜਾਹਿਦੀਨ ਸੀਗੇ, ਉਹਨਾਂ ਨੇ ਰੌਲਾ ਪਵਾਇਆ। ਹੁਣ ਚੀਨ ਵਾਲਿਆਂ ਨੂੰ ਇਹ ਫਾਇਦਾ ਆ ਕਿਉਂਕਿ ਇਹ ਸੈਂਟਰਲ ਏਸ਼ੀਆ ਦੇ ਮੁਲਕ ਦੇ ਜਿੰਨੇ ਵੀ ਮੁਲਕ ਹੈ ਪ੍ਰੋ ਰਸ਼ੀਅਨ ਉਹਨਾਂ ਦੀ ਫੋਰਨ ਪਾਲਿਸੀ ਆ ਅਜੇ ਤੱਕ ਵੀ ਉਹਨਾਂ ਦੇ ਨਾਲ ਜੁੜੇ ਹੋਏ ਆ। ਪਹਿਲੀ ਤਾਂ ਗੱਲ ਸਾਰੇ ਦੇ ਸਾਰੇ ਉਹਨਾਂ ਦੇ ਬੱਚੇ ਵੀ ਰਸ਼ੀਅਨ ਜਾਣਦੇ ਆ। ਸੋ ਪਾਈਪਲਾਈਨ ਜਿਹੜੀਆਂ ਇੰਟਰਨੈਸ਼ਨਲ ਮਾਰਕੀਟ ਨੂੰ ਆਉਣੀ ਚਾਹੀਦੀਆਂ ਸੀ ਹੁਣ ਜਾਂਦੀਆਂ ਪਾਈਪਲਾਈਨ ਸਿੱਧੀਆਂ ਚਾਈਨਾ ਨੂੰ। ਇੱਕ ਵੱਡਾ ਮੁਲਕ ਜਿਹੜੇ ਤਰੱਕੀ ਕਰ ਰਿਹਾ, ਜਿਨ੍ਹਾਂ ਦੇ ਕੋਲ ਵਾਹਵਾ ਪੈਸਾ ਹੈ, ਉਹਨਾਂ ਨੂੰ ਸਿਰਫ ਤੇ ਸਿਰਫ ਐਨਰਜੀ ਚਾਹੀਦੀ ਹੈ ਕਿ ਐਨਰਜੀ ਦੀ ਗਰੰਟੀ ਹੋਵੇ। ਤੁਸੀਂ ਜੇ ਚੀਨ ਨੂੰ ਮਾਰ ਸਕਦੇ ਆ ਤੇ ਐਨਰਜੀ ਤੋਂ, ਜਿੱਦਾਂ ਹੁਣ ਕਿਸੇ ਦੀਆਂ ਬੱਤੀਆਂ ਬੰਦ ਕਰਨੀਆਂ ਹੋਣੀਆਂ, ਤੁਸੀਂ ਕੀ ਕਰ ਸਕਦੇ ਆ ਕਿ ਬਿਜਲੀ ਬੰਦ ਕਰ ਦਿਓ। ਹਾਂਜੀ, ਹੁਣ ਬਿਜਲੀ ਬੰਦ ਕਰ ਦਿਓਗੇ, ਕਿਸੇ ਨੂੰ ਆਇਲ ਦੇਣਾ ਬੰਦ ਕਰ ਦਿਓ, ਉਹਨਾਂ ਦੇ ਟਰੈਕਟਰ ਬੰਦ ਹੋ ਜਾਣਗੇ, ਤਾਂ ਸਮਝ ਲਓ ਉਹਨਾਂ ਦੀ ਆਰਥਿਕਤਾ ਖਤਮ ਹੋ ਜਾਂਦੀ। ਹਾਂਜੀ। ਸੋ ਅੱਜ ਕੱਲ ਕਿਸੇ ਦੇਸ਼ ਨੂੰ ਦੀ ਆਰਥਿਕਤਾ ਖਤਮ ਕਰਨ ਲਈ, ਉਹਨਾਂ ਦੀ ਪਾਵਰ ਖਤਮ ਕਰਨ ਲਈ ਤੁਸੀਂ ਉਹਨਾਂ ਦੀ ਐਨਰਜੀ ਖਤਮ ਕਰੋ। ਪਰ ਚੀਨ ਨੂੰ ਗਰੰਟੀ ਹੈ ਇਸ ਐਨਰਜੀ ਦੀ ਸੈਂਟਰਲ ਏਸ਼ੀਅਨ ਰਿਪਬਲਿਕਸ ਤੇ ਹੁਣ ਰਸ਼ੀਆ ਨਾਲ, ਜਿਹੜੇ ਇਹ ਕਹਿ ਰਹੇ ਕਿ ਤੁਹਾਨੂੰ ਅਗਲੇ ਕਈ ਸੌ ਸਾਲ, ਕਈ ਦਹਾਕੇ ਸੋਚਣ ਦੀ ਲੋੜ ਨਹੀਂ, ਜਿੰਨੀ ਐਨਰਜੀ ਚਾਹੀਦੀ ਅਸੀਂ ਸਪਲਾਈ ਕਰਾਂਗੇ। ਸੋ ਇਸ ਕਰਕੇ ਉਹਨਾਂ ਦੇ ਸਬੰਧ ਰਸ਼ੀਆ ਦੇ ਨਾਲ ਬਹੁਤ ਗੂੜੇ ਆ, ਔਰ ਨਿੱਤ ਗੂੜੇ ਇਸ ਕਰਕੇ ਹੋ ਰਿਹਾ ਕਿ ਅਮਰੀਕਨਜ਼ ਉਹਨਾਂ ਨੂੰ ਪੁਸ਼ ਕਰ ਰਹੇ ਆ। ਜਿੱਦਾਂ ਪਿਊਟਨ ਕਹਿ ਰਿਹਾ ਸੀ ਕਿ ਨਹੀਂ, ਮੈਂ ਪਹਿਲਾਂ ਤਾਂ ਚੂਹੇ ਦੇ ਮਗਰ ਨੱਠ ਜਾਂਦਾ ਸੀ। ਹਾਂਜੀ। ਤੇ ਜਦੋਂ ਫਿਰ ਚੂਹੇ ਨੇ ਵੀ ਅਖੀਰ ਜਾ ਕੇ ਦੇਖਿਆ ਵੀ ਕੋਈ ਜਗ੍ਹਾ ਹੈ ਹੀ ਨਹੀਂ ਇੱਥੋਂ ਜਾਣ ਦੀ, ਉਹ ਫਿਰ ਉਹਦੇ ਪਿੱਛੇ ਪੈ ਗਿਆ ਜੀ। ਹੁਣ ਉਹ ਚੂਹਾ ਮਗਰ ਦੌੜਾ ਜਾਂਦਾ। ਤੁਸੀਂ ਜਦੋਂ ਪੁਸ਼ ਕਰਦੇ ਨਾ ਕਿਸੇ ਦੇਸ਼ ਨੂੰ, ਖਾਸ ਤੌਰ ਤੇ ਵੱਡੇ ਦੇਸ਼ ਨੂੰ, ਚੀਨ ਤੇ ਰਸ਼ੀਆ ਬਹੁਤ ਵੱਡੇ ਮੁਲਕ ਹੈ, ਛੋਟੇ ਨਹੀਂ। ਔਰ ਚੀਨ ਦੇ ਰਸ਼ੀਆ ਦੇ ਕੋਲ ਤੁਸੀਂ ਕਹ ਲਓ ਖਣਿਜ ਪਦਾਰਥ ਬਹੁਤ ਜ਼ਿਆਦਾ, ਕਿਉਂਕਿ ਇਹਦੀ ਧਰਤੀ ਦੇਖੋ, ਇੱਕ ਪਾਸੇ ਸੂਰਜ ਚੜ ਜਾਂਦਾ, ਦੂਜੇ ਪਾਸੇ ਛੁਪ ਜਾਂਦਾ। ਹਾਂਜੀ। ਐਡੀ ਵੱਡੀ ਅਲਾਸਕਾ ਉਹਨਾਂ ਨੇ ਵੇਚ ਦਿੱਤਾ, ਨਹੀਂ ਤਾਂ ਅਲਾਸਕਾ ਵੀ ਉਹਨਾਂ ਦਾ ਸੀ। ਹਾਂਜੀ। ਸੋ ਐਡੇ ਵੱਡੇ ਮੁਲਕ ਦੇ ਕੋਲ ਬਹੁਤ ਜ਼ਿਆਦਾ ਖਣਿਜ ਪਦਾਰਥ ਹੈ। ਚਾਈਨਾ ਨੂੰ ਇਸ ਵੇਲੇ ਸਭ ਤੋਂ ਵੱਡੀ ਇਕਨੋਮੀ US ਤੋਂ ਬਾਅਦ ਚਾਈਨਾ ਹੀ ਹੈ। ਹਾਂਜੀ। ਔਰ ਚਾਈਨਾ ਈਵਨ US ਦੇ ਵਿੱਚ ਵੀ ਜਾ ਕੇ ਦੇਖ ਲਓ ਤੁਸੀਂ, ਵਾਲਮਾਰਟ ਖਾਸ ਤੌਰ ਤੇ ਜਾ ਕੇ ਦੇਖ ਲਓ, ਕੋਈ ਚੀਜ਼ ਨਹੀਂ ਹੋਣੀ ਜਿਹੜੀ ਚਾਈਨਾ 'ਚ ਨਹੀਂ ਬਣੀ। ਹਾਂਜੀ। ਹੁਣ ਚਾਈਨਾ ਦੇ ਵਿੱਚ ਜਿਹੜੇ ਇੱਥੇ ਕੋਈ ਮਕੈਨਿਕ ਦੱਸਦਾ ਸੀ ਮੈਨੂੰ, ਉਹ ਕਹਿੰਦਾ ਕਿ ਅਸੀਂ ਗਰੰਟੀ ਨਹੀਂ ਕਰ ਸਕਦੇ, ਜਿਹੜਾ ਪਾਰਟ ਪਾਉਨੇ ਆ ਅਸੀਂ ਤੁਹਾਡੀ ਕਾਰ ਦੇ ਵਿੱਚ, ਸੈਕੰਡ ਹੈਂਡ ਜਿਹੜੇ ਲਿਆਉਨੇ ਆ ਅਸੀਂ ਚਾਈਨਾ ਤੋਂ ਆਉਂਦੇ ਆ। ਕਹਿੰਦਾ ਉਹਨਾਂ ਦੀ ਕੋਈ ਗਰੰਟੀ ਨਹੀਂ ਹੈ ਕਿ ਉਹ ਚੰਗੇ ਹੋਣ ਜਾਂ ਮਾੜੇ ਹੋਣ, ਇਹ ਨਹੀਂ ਪਤਾ, ਪਰ ਸਸਤੇ ਉਹੀ ਆ। ਹਾਂਜੀ। ਉਹਨਾਂ ਨੇ ਹਰ ਪਾਸੇ ਡੋਮੀਨੇਟ ਕੀਤੀ ਹੈ ਮਾਰਕੀਟ ਜੀ, ਇੱਥੋਂ ਤੱਕ ਕਿ US ਦਾ ਜਿਹੜਾ ਡੈਟ ਆ, ਇਹਨਾਂ ਦਾ ਕਰਜ਼ਾ ਵੀ, ਇਹਦੇ ਟ੍ਰੈਜਰੀ ਬਿੱਲ ਵੀ ਲੈ ਕੇ ਬੈਠੇ ਆ ਚਾਈਨਾ ਵਾਲੇ। ਹਾਂਜੀ। ਸੋ ਜੇ ਪੈਸੇ ਦੇਣੇ ਆ ਇਹਨਾਂ ਦੇ ਨਾਲ ਟ੍ਰੇਡ ਡੈਫਿਸਿਟ ਇੰਨਾ ਜ਼ਿਆਦਾ ਆ ਕਿ ਹਮੇਸ਼ਾ ਹੀ ਹਰ ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਆਉਂਦੀ ਆ, ਉਹ ਪਹਿਲਾਂ ਪਲੈਜ ਕਰਦੀ ਹੈ ਕਿ ਅਸੀਂ ਟ੍ਰੇਡ ਡੈਫਿਸਿਟ ਘੱਟ ਕਰਨਾ ਚਾਈਨਾ ਦੇ ਨਾਲ। ਕਿੱਦਾਂ ਕਰਨਾ ਆ, ਉਹ ਕੋਈ ਸਲੂਸ਼ਨ ਹੈ ਨਹੀਂ। ਹਾਂਜੀ। ਉਹ ਜਿੱਦਾਂ ਭਗਵੰਤ ਮਾਨ ਦਾ ਮਾਡਲ ਬਣਾਉਣਾ ਆ, ਉਹਨਾਂ ਨੇ ਸਮਾਰਟ ਸਕੂਲ ਬਣਾਉਣੇ ਆ, ਇਹ ਗੱਲਾਂ ਕਰਨ ਵਾਲੀਆਂ ਗੱਲਾਂ, ਹੋਰ ਕੁਝ ਨਹੀਂ ਜੀ। ਡਾਕਟਰ ਸਾਹਿਬ, ਸਮਾਂ ਹੋ ਰਿਹਾ ਹੁਣ, ਪ੍ਰੋਗਰਾਮ ਸਮਾਪਤੀ ਵੱਲ ਨੂੰ ਵੱਧ ਰਿਹਾ, ਤੇ ਹੁਣ ਫਿਰ ਅੱਜ ਦਾ ਵਿਚਾਰ ਸੁਣਾ ਦਿਓ। ਅੱਜ ਦਾ ਵਿਚਾਰ, ਹਾਂਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ ਜੀ, ਪੜਤਾਲ ਪੁੱਛੇ ਗਏ ਸਵਾਲ ਬਾਰੇ ਹੋਣੀ ਚਾਹੀਦੀ ਹੈ। ਕਿਸ ਨੇ ਸਵਾਲ ਪੁੱਛਿਆ ਇਸ ਦਾ ਕੋਈ ਮਹੱਤਵ ਨਹੀਂ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਾਡੇ ਸਟੂਡੀਓ ਦਾ ਫੋਨ ਨੰਬਰ ਹੈ 6045929191 6045929191। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।